ਕਰਦਾ ਸੀ ਘਰੇ ਸਾਨੂੰ ਬਹੁਤ ਜ਼ਿਆਦਾ ਤੰਗ ਕਰਦਾ ਸੀ ਰੋਟੀ ਪਾਣੀ ਵੀ ਨਹੀਂ ਖਾਣ ਦਿੰਦਾ ਸਾਨੂੰ। ਇਹ ਕਹਿੰਦੇ ਬਹੁਤ ਚਲਾਈਆਂ ਜਿਵੇਂ ਅਸੀਂ ਦੇਖ ਵੀ ਰਹੇ ਹਾਂ ਤਾਂ ਇੰਨੀਆਂ ਗੋਲੀਆਂ ਤੁਹਾਨੂੰ ਪਤਾ ਸੀ ਕਦੇ ਵੀ ਇੰਨੀਆਂ ਗੋਲੀਆਂ ਇਕੱਠੀਆਂ ਕੀਤੀਆਂ? ਨਹੀਂ ਜੀ ਸਾਨੂੰ ਕੋਈ ਭੇਤ ਨਹੀਂ ਹੈ। ਉਹਨਾਂ ਦੀ ਜਗ੍ਹਾ ਢਾਤੀ ਸੀਗੀ ਤੇ ਆਪਣੀ ਮਰਜ਼ੀ ਨਾਲ ਹੀ ਇਹਨੇ ਉੱਥੇ ਜਗ੍ਹਾ ਦੁਬਾਰੇ ਫੇਰ ਬਣਾਤੀ। ਉਸ ਤੋਂ ਮੈਟਲ ਹੋ ਗਿਆ ਬਸ ਵੀ ਇੱਕ ਹੀ ਗੱਲ ਕਹਿੰਦਾ ਰਹਿੰਦਾ ਸੀਗਾ ਮੇਰੇ 'ਚ ਬਾਬਾ ਆਉਂਦਾ ਜੇ ਉਹ ਬਸ ਮੈਂ ਗੱਦੀ ਦਾ ਹੁਕਮ ਮਿਲਦਾ ਸੀ ਤਾਂ ਲਾਉਂਦਾ ਨਹੀਂ ਸੀਗਾ। ਅਸੀਂ ਤਾਂ ਆਪਦੀ ਤੌਰ ਤੇ ਬਹੁਤ ਇਲਾਜ ਕਰਾ ਚੁੱਕੇ ਸੀਗੇ ਸਰ ਬਰਬਾਦ ਹੋ ਗਿਆ ਸਾਡਾ ਅਸੀਂ ਉੱਜੜ ਗਏ ਅੱਜ ਤਾਂ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਇਸ ਵਕਤ ਮਾਂ ਦਾ ਸਾਡੀ ਦਾ ਕੋਈ ਪਤਾ ਨਹੀਂ ਕਿੱਥੇ ਆ। ਉਹਨੂੰ ਨਹੀਂ ਪਤਾ ਸੀ 4 ਸਾਲ ਹੋ ਗਏ ਅਸੀਂ ਉਹਦੇ ਕਦੇ ਲੱਕੜੀ ਨਹੀਂ ਬਣ ਕੇ ਦੇਖੀ। ਉਹਨੂੰ ਇਹ ਨਹੀਂ ਪਤਾ ਕਿ ਮੇਰੀਆਂ ਭੈਣਾਂ ਹੈ ਕਿ ਨਹੀਂ ਹੈ। ਜੋ ਵੀ ਹੋਇਆ ਇੱਕ ਬਹੁਤ ਛੋਟੀ ਚੀਜ਼ ਤੋਂ ਅੱਜ ਬਰਬਾਦ ਹੋਇਆ ਸਿਰਫ ਇੱਕ ਤੂੜੀ ਕਰਕੇ ਅੱਜ ਘਰ ਉੱਜੜਿਆ ਸਾਡਾ। ਤੂੜੀ ਜਲ ਕੇ ਬਹੁਤ ਛੋਟੀ ਚੀਜ਼ ਆ ਉਹਦੇ ਤਾਂ ਅਸੀਂ ਪੈਸੇ ਵੀ ਦੇਣ ਨੂੰ ਤਿਆਰ ਸੀਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਮੋਗਾ ਜ਼ਿਲ੍ਹੇ ਦਾ ਪਿੰਡ ਖੋਸਾ ਪਾਂਡੋ ਇਸ ਵੇਲੇ ਮੌਜੂਦ ਹਾਂ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਗਈ। ਪੁਲਿਸ ਦੇ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ ਹੈ ਅਤੇ ਉਹ ਨੌਜਵਾਨ ਜਿਹੜਾ ਗੁਰਵਿੰਦਰ ਸਿੰਘ ਹੈ ਉਸ ਦੇ ਵੀ 4 ਤੋਂ 5 ਗੋਲੀਆਂ ਲੱਗੀਆਂ ਨੇ। ਫਰੀਦਕੋਟ ਦੇ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੈ। ਪਰ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਗੋਲੀਆਂ ਦੇ ਨਿਸ਼ਾਨ ਦਿਖਾਉਣੇ ਆ ਇਸ ਥਾਂ ਤੇ ਕਿ ਕਿੰਨੇ ਵੱਡੀ ਮਾਤਰਾ ਦੇ ਵਿੱਚ ਗੋਲੀਆਂ ਚੱਲੀਆਂ ਨੇ, ਚਾਹੇ ਉਹ ਪੁਲਿਸ ਦੇ ਵੱਲੋਂ ਹੋਣ ਤੇ ਚਾਹੇ ਨੌਜਵਾਨ ਗੁਰਵਿੰਦਰ ਸਿੰਘ ਦੇ ਵੱਲੋਂ। ਘਰੇਲੂ ਵਿਵਾਦ ਸੀਗਾ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ। ਗੁਰਵਿੰਦਰ ਸਿੰਘ ਜਿਹੜਾ ਉਹ ਸਾਹਮਣੇ ਵਾਲੇ ਚੁਬਾਰੇ ਦੇ ਵਿੱਚ ਹੁੰਦਾ ਤੇ ਪੁਲਿਸ ਉਹਨੂੰ ਫੜਨ ਦੀ ਇੱਕ ਗੋਲੀਬਾਰੀ ਹੁੰਦੀ ਹੈ ਅਤੇ ਗੁਰਵਿੰਦਰ ਸਿੰਘ ਦੇ ਵੱਲੋਂ ਦੁਨਾਲੀ ਦੇ ਵਿੱਚੋਂ ਫਾਇਰ ਕੀਤੇ ਜਾਂਦੇ ਨੇ। ਪਹਿਲਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇੱਟਾਂ ਰੋੜੇ ਇਹ ਜਿਹੜੇ ਹੇਠਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਖੂਨ ਇੱਥੇ ਇਹ ਕ੍ਰਾਈਮ ਵਾਲੀ ਨੇ। ਇਹ ਪੁਲਿਸ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਹਨੇ ਜਲਾਈ ਕਾਂਸਟ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਸੀ। 9 ਨੂੰ ਸ਼ਿਕਾਇਤ ਕੀਤੀ ਜਵਾਬ 2 ਸਾਨੂੰ ਸਵੇਰ ਪਤਾ ਲੱਗਾ ਪੁਲਿਸ ਵਾਲਿਆਂ ਨੇ ਫੋਨ ਕੀਤਾ ਸੀ ਵੀ ਉਹ 4 ਵਜੇ ਗੱਡੀ ਲੈ ਕੇ ਚਲਿਆ ਗਿਆ ਵਾ ਤੇ ਇਹਨਾਂ ਨੂੰ ਘਰੇ ਲੈ ਕੇ ਆਉਣਾ ਜ਼ਰੂਰੀ ਹੈ ਇਹਨਾਂ ਦਾ। ਅਸੀਂ ਉਦੋਂ ਬਾਅਦ ਆਏ। ਤੁਸੀਂ ਕਿੱਥੇ ਸੀ ਕੱਲ? ਅਸੀਂ ਬੱਤੋ ਸੀ ਭੂਆ ਕੋਲ। ਅੱਛਾ, ਤੁਸੀਂ ਪਹਿਲਾਂ ਇੱਥੋਂ ਚਲੇ ਗਏ ਸੀਗੇ? ਹਾਂਜੀ ਅਸੀਂ ਚਲੇ ਗਏ ਸੀ 3 ਵਜੇ ਨੂੰ ਅਸੀਂ ਉੱਠ ਗਏ ਸੀ। ਗੁਰਵਿੰਦਰ ਸਿੰਘ ਦਾ ਜਿਹੜਾ ਵਿਵਹਾਰ ਹੈ ਪਹਿਲਾਂ ਉਹ ਕਿਸ ਤਰ੍ਹਾਂ ਦਾ ਸੀਗਾ? ਤੁਹਾਡੇ ਨਾਲ ਕਿਵੇਂ ਦਾ ਸੀਗਾ? ਤੁਸੀਂ ਉਹਦੇ ਸਿਸਟਰ ਹੋ, ਤੁਹਾਡੇ ਨਾਲ ਕਿਵੇਂ ਦੇ ਵਿਵਹਾਰ ਕਰਦਾ ਸੀਗਾ? 3 ਸਾਲ ਹੋ ਗਏ ਆਹੀ ਕੁਛ ਚੱਲੀ ਜਾਂਦਾ ਬਸ ਕੁੱਟ ਕਟਹਿਰਾ ਹੀ। ਅੱਛਾ, ਹਾਂਜੀ। ਲੜਾਈ ਝਗੜਾ ਕਰਦਾ ਸੀਗਾ ਤੁਹਾਡੇ ਨਾਲ? ਹਾਂਜੀ ਬਹੁਤ ਕਰਦਾ ਸੀ ਘਰੇ ਸਾਨੂੰ ਬਹੁਤ ਜ਼ਿਆਦਾ ਤੰਗ ਕਰਦਾ ਸੀ ਰੋਟੀ ਪਾਣੀ ਵੀ ਨਹੀਂ ਖਾਣ ਦਿੰਦਾ ਸਾਨੂੰ। ਅੱਛਾ, ਇੱਥੇ ਜਿਹੜੇ ਫਲੋਰ ਤੇ ਅਸੀਂ ਥੱਲੇ ਬੈਠੇ ਆ ਇੱਥੇ ਰਹਿੰਦਾ ਸੀ ਜਾਂ ਉੱਤੇ ਚੁਬਾਰੇ 'ਚ ਰਹਿੰਦਾ ਸੀ? ਉੱਪਰ ਚੁਬਾਰੇ 'ਚ ਰਹਿੰਦਾ ਹੈ। ਅੱਛਾ, ਤੁਹਾਡੇ ਨਾਲ ਵੀ ਗੱਲਬਾਤ ਬਹੁਤੀ ਨਹੀਂ ਸੀ? ਕੋਈ ਗੱਲਬਾਤ ਨਹੀਂ ਬਸ ਉਹਨੇ ਆਉਣਾ ਬਾਹਰ ਡਾਕੇ ਲਾ ਕੇ ਤਾਂ ਚੜ ਜਾਣਾ ਉੱਤੇ ਰੋਟੀ ਪਾਣੀ ਖਾਣਾ ਉੱਤੇ ਆਪਦਾ ਮੁੱਲ ਦਾ ਦੁੱਧ ਪਾਣੀ ਸਭ ਕੁਝ ਲਿਆ ਕੇ ਵਰਤਣਾ। ਥੱਲੇ ਉਹ ਇਕੱਲਾ ਇੱਕ ਪਾਣੀ ਲੈ ਕੇ ਜਾਂਦਾ ਹੋਰ ਕੋਈ ਮਤਲਬ ਨਹੀਂ ਉਹਨੂੰ ਸਾਡੇ ਨਾਲ। ਤੁਹਾਡੇ ਨਾਲ ਗੱਲਬਾਤ ਕੀਤੀ ਨੂੰ ਕਿੰਨੀ ਦੇਰ ਹੋ ਗਈ ਹੋਣੀ? 3-4 ਸਾਲ ਹੋ ਗਏ ਸਾਡੇ ਨਾਲ ਤਾਂ ਉਹਨੇ ਕਦੇ ਕੋਈ ਰਹਿ ਕੀਤੀ ਕੋਈ ਨਹੀਂ। ਅੱਛਾ, ਪਿਤਾ ਜੀ ਦੇ ਨਾਲ ਕਿਵੇਂ ਦਾ ਸੀਗਾ ਜਿਹੜਾ ਤਾਲਮੇਲ? ਬਸ ਲੜਨਾ ਹੀ ਉਹਦੇ ਨਾਲ ਵੀ। ਤੇ ਕੱਲ ਕੀ ਗੱਲ ਹੋਈ ਜਿਹੜੀ ਤੂੜੀ ਸਾੜਨ ਦੀ ਗੱਲ ਕੀ ਹੋਈ ਜਿੱਥੋਂ ਇਹ ਗੱਲ ਵਧੀ? ਕੀ ਗੱਲ ਸੀਗੀ ਵੀਰੇ? ਜਦੋਂ ਤੂੜੀ ਸਾੜੀ ਅਸੀਂ ਘਰੇ ਨਹੀਂ ਸੀਗੇ। ਅੱਛਾ, ਹਾਂਜੀ। ਸਾਡੇ ਮਗਰੋਂ ਇਹਨੇ ਕੀ ਕੀਤਾ ਕੀ ਨਹੀਂ ਕੀਤਾ ਸਾਨੂੰ ਨਹੀਂ ਪਤਾ। ਕੀ ਦੱਸਦੇ ਕੀ ਨੇ ਹੁਣ ਜੋ ਸਾਹਮਣੇ ਆ ਰਹੀ ਗੱਲ? ਸਾਨੂੰ ਪੁਲਿਸ ਵਾਲੇ ਨੇ ਸੁਬਾਹ ਆਇਆਂ ਨੂੰ ਇੰਨਾ ਹੀ ਦੱਸਿਆ ਹੈ ਵੀ ਇਹਨੇ ਬਲਦੇਵ ਦੀ ਤੂੜੀ ਨੂੰ ਅੱਗ ਲਾਤੀ ਸੀਗੀ ਤੇ ਉਹਨੇ ਸਾਨੂੰ ਇਤਲਾਹ ਦਿੱਤੀ ਸੀ ਤੇ ਅਸੀਂ ਇਹ ਤੋਂ ਬਿਆਨ ਲੈਣ ਆਏ ਸੀ। ਇਹਨੇ ਬਾਹਰ ਨਹੀਂ ਖੋਲ੍ਹਿਆ। ਬਲਦੇਵ ਤੁਹਾਡੇ ਚਾਚਾ ਜੀ ਨੇ? ਹਾਂਜੀ ਉਹ ਚਾਚਾ ਜੀ ਹੈ ਸਾਡੇ। ਉਹਨਾਂ ਨਾਲ ਝਗੜਾ ਬਹੁਤ ਦੇਰ ਦਾ ਚੱਲਦਾ ਤੁਹਾਡਾ? ਨਹੀਂ ਜੀ ਸਾਡਾ ਉਹਦੇ ਨਾਲ ਕੋਈ ਝਗੜਾ ਨਹੀਂ। ਅੱਛਾ, ਤੂੜੀ ਸਾੜਨ ਤੋਂ ਲੈ ਕੇ ਇਹ ਗੱਲ ਵਧੀ? ਹਾਂਜੀ, ਕੱਲੀ ਇਹਨੇ ਤੂੜੀ ਸਾੜੀ ਉਹਦੀ ਤੇ ਉਹਨਾਂ ਨੇ ਕੇਸ ਕਰਤਾ ਹੈ। ਅੱਛਾ, ਪੁਲਿਸ ਜਦੋਂ ਫੜਨਾ ਹੀ ਫਿਰ ਗੋਲੀਆਂ ਚਲਾਤੀ? ਹਾਂਜੀ, ਫਿਰ ਇਹਨੇ ਗੋਲੀਆਂ ਚਲਾਤੀਆਂ। ਇਹਦੇ ਕੋਲ ਆਪਣੀ ਸੀਗੀ ਬੰਦੂਕ ਜਿਹਦੇ ਨਾਲ ਗੋਲੀਆਂ ਚਲਾਈ? ਡੈਡੀ ਜੀ ਦੀ ਹੈ। ਗੋਲੀਆਂ ਕਹਿੰਦੇ ਬਹੁਤ ਚਲਾਈਆਂ ਜਿਵੇਂ ਅਸੀਂ ਦੇਖ ਵੀ ਰਹੇ ਹਾਂ ਤਾਂ ਇੰਨੀਆਂ ਗੋਲੀਆਂ ਤੁਹਾਨੂੰ ਪਤਾ ਸੀ ਕਦੇ ਵੀ ਇੰਨੀਆਂ ਗੋਲੀਆਂ ਇਕੱਠੀਆਂ ਕੀਤੀਆਂ ਹੁੰਦੀਆਂ? ਨਹੀਂ ਜੀ ਸਾਨੂੰ ਕੋਈ ਭੇਤ ਨਹੀਂ ਇਹਦਾ। ਅੱਛਾ, ਇੱਕ ਹੋਰ ਗੱਲ ਦੱਸਦੇ ਹਾਂ ਕਿ ਇਹ ਕਦੋਂ ਤੋਂ ਵਿਵਹਾਰ ਇਹਨਾਂ ਦਾ ਬਦਲਿਆ ਭੈਣ ਜੀ ਕਿ ਪਹਿਲਾਂ ਇਸ ਤਰ੍ਹਾਂ ਦਾ ਨਹੀਂ ਸੀਗਾ? ਸ਼ੁਰੂਆਤ ਦੇ ਵਿੱਚ ਵੀ ਲੜਦਾ ਝਗੜਦਾ ਰਹਿੰਦਾ ਸੀਗਾ ਜਾਂ ਇਸ ਤਰ੍ਹਾਂ ਦਾ ਨਹੀਂ ਸੀਗਾ? ਨਹੀਂ ਜੀ ਪਹਿਲਾਂ ਨਹੀਂ ਸੀ ਇੱਦਾਂ। ਪਹਿਲਾਂ ਬਹੁਤ ਸਿਆਣਾ ਸੀ ਪਿੰਡ 'ਚ ਚਾਹੇ ਕਿਸੇ ਤੋਂ ਵੀ ਪਤਾ ਕਰ ਲਓ ਇਹਦਾ ਵਿਹਾਰ ਬਹੁਤ ਵਧੀਆ ਸਾਰੇ ਪਿੰਡ ਨਾਲ ਸਾਰੇ ਭੈਣ ਭਰਾਵਾਂ ਨਾਲ ਰਿਸ਼ਤੇਦਾਰਾਂ ਨਾਲ ਬਹੁਤ ਮਿਲਣਸਾਰ ਸੀਗਾ ਜੀ। ਇਹ 3 ਸਾਲ ਤੋਂ ਹੀ ਬਸ ਅਪਸੈਟ ਹੋਇਆ ਸੀਗਾ ਵੀ ਇਹਨੂੰ ਉਹ ਪੀਰਾਂ ਦੀ ਧੱਕ ਵੱਜੀ ਹੋਈ ਹੈ ਜਗ੍ਹਾ ਵਾਲਿਆਂ ਦੀ। ਬਸ ਅਸੀਂ ਉਹਨਾਂ ਨੂੰ ਮੰਨਦੇ ਹਾਂ ਤੇ ਉਹ ਗੱਲ ਕੀ ਹੋਈ ਸੀ? ਪੀਰਾਂ ਵਾਲੀ ਗੱਲ ਕੀ? ਇਹਨੇ ਉਹਨਾਂ ਦੀ ਜਗ੍ਹਾ ਢਾਤੀ ਸੀਗੀ ਤੇ ਆਪਣੀ ਮਰਜ਼ੀ ਨਾਲ ਹੀ ਇਹਨੇ ਉੱਥੇ ਜਗ੍ਹਾ ਦੁਬਾਰੇ ਫੇਰ ਬਣਾਤੀ। ਉਸ ਤੋਂ ਮੈਟਲ ਹੋ ਗਿਆ ਬਸ ਵੀ ਇੱਕ ਹੀ ਗੱਲ ਕਹਿੰਦਾ ਰਹਿੰਦਾ ਸੀਗਾ ਮੇਰੇ 'ਚ ਬਾਬਾ ਆਉਂਦਾ ਜੇ ਉਹ ਬਸ ਮੈਂ ਗੱਦੀ ਦਾ ਹੁਕਮ ਮਿਲਦਾ ਸੀ ਤਾਂ ਲਾਉਂਦਾ ਨਹੀਂ ਸੀਗਾ। ਅਸੀਂ ਤਾਂ ਆਪਦੀ ਤੌਰ ਤੇ ਬਹੁਤ ਇਲਾਜ ਕਰਾ ਚੁੱਕੇ ਸੀ ਇਹਦਾ ਸਿਆਣਿਆਂ ਸੱਪਿਆਂ 'ਚ ਪੈ ਕੇ ਪਰ ਕੋਈ ਫਰਕ ਨਹੀਂ ਪਿਆ ਇਹਦੇ। ਬਸ ਇੱਦਾਂ ਹੀ ਚੱਲੀ ਜਾਂਦਾ ਇਹਦਾ। ਖਾਂਦਾ ਪੀਂਦਾ ਕੀ ਵੀ ਉਹ ਇੱਕ ਨਰਕ ਭਰੀ ਜ਼ਿੰਦਗੀ ਉੱਤੇ ਜੀ ਰਿਹਾ ਸੀਗਾ। ਅਸੀਂ ਇਹ ਨਹੀਂ ਕਹਿੰਦੇ ਵੀ ਬਹੁਤ ਵਧੀਆ ਜੀਂਦਾ ਸੀ, ਬਹੁਤ ਨਰਕ ਭਰੀ ਜ਼ਿੰਦਗੀ ਉੱਤੇ ਕੱਟ ਰਿਹਾ ਸੀ। ਸਾਡੇ ਤੋਂ ਵੀ ਜ਼ਿਆਦਾ ਭੈੜੀ ਹਾਲਤ ਇਹਦੀ ਉੱਪਰ ਤੁਸੀਂ ਦੇਖ ਸਕਦੇ ਹੋ ਜਾ ਕੇ। ਕੋਈ ਨਸ਼ਾ ਕਰਦਾ ਸੀ? ਕੋਈ ਨਸ਼ਾ ਵਗੈਰਾ ਨਹੀਂ ਕਰਦਾ ਸੀਗਾ। ਮੈਂਟਲੀ ਤੌਰ ਤੇ ਡਿਸਟਰਬ ਸੀ? ਸਿਰਫ ਮੈਂ ਇੱਕ
ਪਰੇਸ਼ਾਨ ਰਹਿੰਦਾ ਸੀਗਾ। ਹੋਰ ਇਹਨੂੰ ਕੋਈ ਨਸ਼ੇ ਵਗੈਰਾ ਦੀ ਕਿਸੇ ਚੀਜ਼ ਦੀ ਲੱਤ ਨਹੀਂ ਸੀਗੀ, ਕਿਉਂਕਿ ਅਸੀਂ ਕਦੇ ਵੀ ਕਿਸੇ ਸ਼ਰਾਬ ਮੀਟ ਨੂੰ ਕਦੇ ਵੀ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਂਦੇ। ਕੋਈ ਵੀ ਚੀਜ਼ ਸਾਡੇ ਘਰੇ ਆਉਣੀ ਮਨਾ ਵਾ, ਬਸ ਸਿਰਫ ਇੱਕ ਉਸ ਚੀਜ਼ ਦੇ ਕਰਕੇ ਇਹਨੂੰ ਧੱਕ ਵੱਜੀ ਹੋਈ, ਉਹਦੇ ਕਰਕੇ ਮੈਟਲੇ ਨੂੰ ਕੁਛ ਨਹੀਂ ਸੀ ਪਤਾ ਲੱਗਦਾ ਮੈਂ ਕਿਸੇ ਨੂੰ ਕੀ ਕਹਿਣਾ ਕੀ ਨਹੀਂ ਕਹਿੰਦਾ। ਹੋਰ ਰਿਸ਼ਤੇਦਾਰਾਂ ਦੇ ਨਾਲ ਕਿਵੇਂ ਦਾ ਵਿਵਹਾਰ ਹੈ? ਸਾਰਿਆਂ ਨਾਲ ਵਿਹਾਰੇ ਤਾਂ ਇਦਾਂ ਸੀ ਕਿ ਕਿਸੇ ਨੂੰ ਘਰੇ ਨਹੀਂ ਸੀ ਆਉਣ ਨਾ, ਜੇ ਕੋਈ ਆ ਵੀ ਜਾਂਦਾ ਸੀ ਤਾਂ ਨਾ ਉਹਨੂੰ ਇਹਨੇ ਬੁਲਾਉਣਾ ਨਾ ਉਹਦੇ ਨਾਲ ਕੋਈ ਗੱਲਬਾਤ ਕਰਨੀ ਆ, ਤਾਂ ਉੱਪਰ ਹੀ ਉਹਨਾਂ ਚੱਕਰ ਬਾਹਰ ਡਾ ਕੇ ਬੈਠਾ ਰਹਿੰਦਾ ਸੀਗਾ। ਸਮਝਾਉਂਦੇ ਸੀਗੇ ਕਦੇ ਉਹਨੂੰ? ਇੱਕ ਦੋ ਵਾਰੀ ਅਸੀਂ ਆਏ ਸੀ, ਪਰ ਇਹਦੇ 'ਚ ਇੰਨਾ ਹੁਣ ਪਿਆਰ ਹੈ ਨਹੀਂ ਸੀਗਾ ਕਿ ਇਹ ਸਾਡੀ ਗੱਲ ਸੁਣ ਸਕਦਾ ਸੀਗਾ, ਨਾ ਹੀ ਇਹਦਾ ਦਿਮਾਗ ਸੀਗਾ ਵੀ ਇਹਦੇ ਕੋਈ ਸਮਝ ਆ ਸਕਦੀ ਸੀ ਗੱਲ ਦੀ। ਤੁਸੀਂ ਕਦੇ ਸੋਚਿਆ ਸੀਗਾ ਵੀ ਇਸ ਤਰ੍ਹਾਂ ਗੋਲੀਆਂ ਚਲਾ ਦੂਗਾ ਗੁਰਵਿੰਦਰ? ਅਸੀਂ ਕਦੇ ਨਹੀਂ ਸੀ ਸੋਚਿਆਗਾ ਵੀ, ਨਾ ਹੀ ਸਾਨੂੰ ਇਹਦੇ ਤੇ ਇੰਨਾ ਵਿਸ਼ਵਾਸ ਸੀਗਾ ਵੀ ਇਦਾਂ ਦਾ ਇਹ ਕੁਛ ਕਰੂਗਾ। ਕੱਲ ਦੇ ਜੋ ਵੀ ਕੁਛ ਹੋਇਆ, ਸਿਰਫ ਇੱਕ ਤੂੜੀ ਬਹੁਤ ਛੋਟੀ ਚੀਜ਼ ਤੋਂ ਐਡੀ ਗੱਲ ਵਧੀ ਆ। ਅਸੀਂ ਵਾਰ-ਵਾਰ ਰੋਕ ਰਹੇ ਸੀਗੇ ਵੀ ਇਹ ਕੰਮ ਨਾ ਕਰੋ, ਅਸੀਂ ਇਹਨੂੰ ਆ ਕੇ ਸਮਝਾ ਲਾਂਗੇ, ਪਰ ਚਾਚਾ ਜੀ ਨੇ ਫਿਰ ਵੀ ਜਾ ਕੇ ਪਰਚਾ ਦੇ ਦਿੱਤਾ। ਚਲੋ ਉਹਨਾਂ ਦੀ ਸ਼ਾਬਾਸ਼, ਜੋ ਉਹਨਾਂ ਨੇ ਸਾਡੇ ਨਾਲ ਕਰਤਾ ਬਸ ਵਧੀਆ ਹੀ ਵਧੀਆ ਵਾ, ਅਸੀਂ ਕੁਛ ਨਹੀਂ ਉਹਨਾਂ ਨੂੰ ਕਹਿੰਦੇ ਹੈਗੇ। ਤੁਹਾਨੂੰ ਲੱਗਦਾ ਕਿ ਘਰ ਬਰਬਾਦ ਹੋ ਰਿਹਾ ਤੁਹਾਡਾ? ਹੋ ਗਿਆ ਸਰ, ਬਰਬਾਦ ਹੋ ਗਿਆ ਸਾਡਾ, ਅਸੀਂ ਉੱਜੜ ਗਏ ਅੱਜ ਇੱਕਦਮ। ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਇਸ ਵਕਤ, ਮਾਂ ਦਾ ਸਾਡੀ ਦਾ ਕੋਈ ਪਤਾ ਨਹੀਂ ਕਿੱਥੇ ਆ। ਇੱਕ ਪੁਲਿਸ ਵਾਲੇ ਦੇ ਵੀ ਗੋਲੀ ਲੱਗੀ, ਉਹਦੀ ਮੌਤ ਹੋ ਗਈ। ਸਰ ਉਹ ਸਾਨੂੰ ਸਾਰੇ ਮੁਲਾਜ਼ਮਾਂ ਨੇ ਅੱਜ ਸੁਬਾਹ ਇਹਨੂੰ ਦੱਸਿਆ, ਸਾਨੂੰ ਕੁਛ ਨਹੀਂ ਪਤਾ ਰਾਤ ਕੀ ਹੋਇਆ ਕੀ ਨਹੀਂ ਹੋਇਆ ਜੀ। ਪਰ ਜਿਸ ਢੰਗ ਦੇ ਨਾਲ ਗੁਰਵਿੰਦਰ ਦੀ ਤੁਸੀਂ ਗੱਲ ਕਰਦੇ ਹੋ ਕਿ ਨਸ਼ੇ ਉਹ ਨਹੀਂ ਸੀ ਕਰਦਾ, ਕੋਈ ਸ਼ਰਾਬ ਦਾ ਹੋਰ ਇਸ ਤਰ੍ਹਾਂ ਦਾ ਨਹੀਂ ਸੀਗਾ, ਤੇ ਇੰਨੀਆਂ ਗੋਲੀਆਂ ਚਲਾ ਦੇਣੀਆਂ ਇੱਕ ਆਮ ਨੌਜਵਾਨ ਦੇ ਵੱਲੋਂ, ਇਹ ਕਈ ਚੀਜ਼ਾਂ ਇਸ ਤਰ੍ਹਾਂ ਲੱਗਦੀਆਂ ਨੇ ਵੀ ਕਿਵੇਂ ਹੋ ਗਿਆ ਇਹ ਸਭ ਕੁਝ? ਸਰ ਇਹ ਨਹੀਂ ਸਾਨੂੰ ਪਤਾ ਉਹਨੇ ਆਪਦੇ ਬਚਾਅ ਲਈ ਕੁਛ ਕੀਤਾ ਕੀ ਨਹੀਂ ਕੀਤਾ, ਮੁਲਾਜ਼ਮ ਅੰਦਰ ਆਏ ਆ ਜਾਂ ਨਹੀਂ ਹੈ, ਸਾਨੂੰ ਕੁਛ ਨਹੀਂ ਇਹਦੇ ਬਾਰੇ ਸਰ ਪਤਾ। ਅਸੀਂ ਘਰੇ ਹੀ ਨਹੀਂ ਸੀ, ਅਸੀਂ ਤਾਂ ਅੱਜ ਸੁਬਾਹ ਇਹਨਾਂ ਦੇ ਬੁਲਾਉਣ 'ਤੇ ਆਏ, ਸਾਨੂੰ ਤਾਂ ਇੱਥੇ ਆ ਕੇ ਪਤਾ ਲੱਗਾ ਸਭ ਕੁਛ ਵੀ। ਸਾਨੂੰ ਨਹੀਂ ਪਤਾ ਰਾਤ ਇੱਥੇ ਕੀ ਹੋਇਆ, ਉਹਨਾਂ ਨੇ ਪਹਿਲ ਕੀਤੀ ਜਾਂ ਉਹਨੇ ਕੀਤੀ, ਸਾਨੂੰ ਇਹਦੇ ਬਾਰੇ ਕੁਛ ਪਤਾ ਹੀ ਨਹੀਂ। ਤੁਸੀਂ ਜਾਂਦੇ ਸੀ ਉਹਦੇ ਕਮਰੇ 'ਚ ਗੁਰਵਿੰਦਰ? ਕੋਈ ਨਹੀਂ ਜਾਂਦਾ ਸੀ ਸਰ, 3-4 ਸਾਲ ਹੋ ਗਏ ਅਸੀਂ ਕਦੇ ਉੱਪਰ ਨਹੀਂ ਚੜ੍ਹਿਆ, ਅੱਜ ਪਹਿਲੀ ਵਾਰ ਉੱਪਰ ਚੜ੍ਹ ਕੇ ਦੇਖਿਆ ਵੀ ਆਹ ਹਾਲਤ ਵਿੱਚ ਉਹ ਰਹਿੰਦਾ ਵਾ। ਅਸੀਂ ਕਦੇ ਨਹੀਂ ਸੀ ਦਿੰਦਾ ਨਾ ਜੀ, ਉਹ ਦਰਵਾਜ਼ੇ ਹਮੇਸ਼ਾ ਬੰਦ। ਜੇ ਜਾਂਦਾ ਵੀ ਸੀ ਕਦੇ ਗੱਡੀ ਤੇ ਕੁਝ ਖਾਣ ਪੀਣ ਵਾਲਾ ਸਮਾਨ ਲੈਣ ਤਾਂ ਉਹਦੇ ਲੋਕ ਲਾ ਕੇ ਜਾਂਦਾ ਸੀਗਾ, ਕੁੰਜੀਆਂ ਉਹਦੇ ਕੋਲ। ਭੈਣ ਭਰਾ ਦਾ ਰਿਸ਼ਤਾ ਸਾਰੇ ਪਵਿੱਤਰ ਰਿਸ਼ਤਿਆਂ ਨਾਲੋਂ ਉੱਪਰ ਮੰਨਿਆ ਜਾਂਦਾ ਹੈ, ਰੱਖੜੀ ਬੰਨ੍ਹਦੇ ਆ, ਪਰਿਵਾਰ ਬਹੁਤ ਪਿਆਰ ਹੁੰਦਾ ਹੈ, ਪਰ ਗੁਰਵਿੰਦਰ ਕਿਵੇਂ ਬਦਲ ਗਿਆ? ਇਹ ਤਾਂ ਸਰ ਸਾਨੂੰ ਵੀ ਨਹੀਂ ਪਤਾ ਸੀ, 4 ਸਾਲ ਹੋ ਗਏ ਅਸੀਂ ਉਹਦੇ ਕਦੇ ਲੱਕੜੀ ਨਹੀਂ ਬਣ ਕੇ ਦੇਖੀ। ਉਹਨੂੰ ਇਹ ਨਹੀਂ ਪਤਾ ਕਿ ਮੇਰੀਆਂ ਭੈਣਾਂ ਹੈ ਕਿ ਨਹੀਂ ਹੈ ਸਰ, ਪਰ ਅਸੀਂ ਤਾਂ ਉਹਨੂੰ ਦਿਲੋਂ ਬਹੁਤ ਉਹਦੇ ਲਈ ਅਰਦਾਸ ਬੇਨਤੀਆਂ ਕਰਦੇ ਸੀ ਵੀ ਆਹ ਵੀ ਦਿਨ ਸਾਡੇ ਲਈ ਵਧੀਆ ਆਊਗਾ, ਕਦੇ ਆ ਵੀ ਆਊਗਾ, ਪਰ ਸਾਨੂੰ ਇੰਨਾ ਨਹੀਂ ਸੀ ਪਤਾ ਕਿ ਅਸੀਂ ਇੱਕ ਦਿਨ ਬਰਬਾਦ ਹੋ ਜਾਵਾਂਗੇ। ਕਬੱਡੀ ਕਹਿੰਦੇ ਖੇਡਦਾ ਹੁੰਦਾ ਸੀ? ਹਾਂਜੀ ਖੇਡਦਾ ਸੀ। ਚੰਗਾ ਰਿਕਾਰਡ ਸੀਗਾ ਪਿੰਡ 'ਚ? ਹਾਂਜੀ ਚੰਗਾ ਸੀਗਾ। ਕਿਵੇਂ ਸਾਰਾ ਕੁਝ ਬਦਲ ਗਿਆ? ਪੈਲੀ ਕਿੰਨੀ ਆਉਂਦੀ ਤੁਹਾਨੂੰ ਇੱਥੇ? ਕਿੰਨੀ? 15-16 ਕਿੱਲੇ। 15-16 ਕਿੱਲੇ, ਚੰਗੀ ਪੈਲੀ ਆਉਂਦੀ ਆ, ਤੁਸੀਂ ਚੰਗੇ ਪਰਿਵਾਰਾਂ ਦੇ ਵਿੱਚੋਂ ਹੋ ਇਹਦਾ ਮਤਲਬ। ਹਾਂਜੀ। ਪਰ ਅੱਜ ਅਸੀਂ ਦੇਖ ਰਹੇ ਹਾਂ ਕਿ ਖੂਨ ਹੀ ਖੂਨ ਹੋਇਆ ਪਿਆ ਤੁਹਾਡੇ ਘਰ। ਹਾਂਜੀ ਸਾਰੇ ਪਾਸੇ ਖੂਨ ਦਿਖ ਰਿਹਾ। ਹਾਂਜੀ। ਕਿੱਥੇ ਕੋਈ ਲੱਗਦੀ ਹੈ ਕੋਈ ਕਮੀ, ਕਿੱਥੇ ਘਾਟ ਰਹਿ ਗਈ? ਕੋਈ ਘਾਟ ਨਹੀਂ, ਸਾਨੂੰ ਕਿਸੇ ਵੀ ਚੀਜ਼ ਦੀ ਘਾਟ ਨਹੀਂ ਸੀ, ਨਾ ਉਹਨੂੰ ਸੀ ਨਾ ਸਾਨੂੰ ਸੀ। ਪਤਾ ਨਹੀਂ ਅਸੀਂ ਅੱਜ ਕਿਉਂ ਬਰਬਾਦ ਹੋ ਗਏ, ਪ੍ਰਮਾਤਮਾ ਦੇ ਰੰਗ ਹੋਈਓ ਜਾਣਦਾ, ਸਾਨੂੰ ਨਹੀਂ ਪਤਾ। ਪਰ ਜੋ ਵੀ ਹੋਇਆ ਇੱਕ ਬਹੁਤ ਛੋਟੀ ਚੀਜ਼ ਤੋਂ ਅੱਜ ਬਰਬਾਦ ਹੋਇਆ, ਸਿਰਫ ਇੱਕ ਤੂੜੀ ਕਰਕੇ ਅੱਜ ਘਰ ਉਜੜਿਆ ਸਾਡਾ। ਤੂੜੀ ਜਲ ਕੇ ਬਹੁਤ ਛੋਟੀ ਚੀਜ਼ ਆ, ਉਹਦੇ ਤਾਂ ਅਸੀਂ ਪੈਸੇ ਵੀ ਦੇਣ ਨੂੰ ਤਿਆਰ ਸੀਗੇ। 10-20 ਹਜ਼ਾਰ ਦੀ ਤੂੜੀ ਹੋਣੀ, ਕਿੰਨੀ ਹੋਣੀ ਆ ਹੋਰ? ਪਰ ਜੋ ਵੀ ਹੋਇਆ ਚਲੋ ਉਹ ਪਰਮਾਤਮਾ ਨੂੰ ਪਤਾ, ਪਰ ਅੱਜ ਅਸੀਂ ਬਰਬਾਦ ਹੋ ਗਏ। ਗੁਰਵਿੰਦਰ ਛੋਟੇ ਹੁੰਦੇ ਦੀਆਂ ਗੱਲਾਂ ਯਾਦ ਆਉਂਦੀਆਂ ਨੇ ਤੁਹਾਨੂੰ? ਤਾਂ ਤੁਹਾਡੇ ਤੋਂ ਛੋਟਾ ਹੈ ਸਰ, ਬਹੁਤ ਮੋਹ ਕਰਦਾ ਸੀ ਸਾਡਾ, ਬਹੁਤ ਪਿਆਰ ਕਰਦਾ ਸੀ ਸਾਨੂੰ ਉਹ। ਕਦੇ ਉਹਨੇ ਸਾਨੂੰ ਕੋਈ ਦੁੱਖ ਤਕਲੀਫ ਨਹੀਂ ਸੀ ਆਉਣ ਦਿੱਤੀ। ਜਿਵੇਂ ਆਪਦੇ ਸਰੀਰ ਨੂੰ ਕਦੇ ਕੋਈ ਕਸ਼ਟ ਵੀ ਹੁੰਦਾ ਸੀ, ਉਹ ਕਦੇ ਸਾਡੇ ਤੱਕ ਨਹੀਂ ਸੀ ਦੱਸਦਾ ਵੀ ਇਹਨਾਂ ਨੂੰ ਤਕਲੀਫ ਨਾ ਹੋਵੇ। ਇੰਨਾ ਪਿਆਰ ਕਰਦਾ ਸੀ। ਅੱਜ ਵੀ ਅਸੀਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਦੀ ਜ਼ਿੰਦਗੀ ਬਖਸ਼ ਦੇ। ਹਸਪਤਾਲ 'ਚ ਆਇਆ, ਗੋਲੀਆਂ ਲੱਗੀਆਂ ਨੇ ਉਹਦੇ? ਹਾਂਜੀ, ਦੱਸ ਰਹੇ ਨੇ ਮੁਲਾਜ਼ਮ ਕਿ ਉਹਦੇ ਕਾਫੀ ਗੋਲੀਆਂ ਇੱਥੇ ਵੀ ਲੱਗੀਆਂ ਨੇ, ਹੱਥ ਤੇ ਵੀ, ਪੱਟ ਤੇ ਵੀ ਲੱਗੀਆਂ ਨੇ। ਦੁਆ ਕਰ ਰਹੇ ਹੋ ਬਚ ਜਾਵੇ? ਹਾਂਜੀ, ਅਸੀਂ ਦੁਆ ਕਰਦੇ ਕਿ ਸਾਡੇ ਭਰਾ ਦੀ ਜ਼ਿੰਦਗੀ ਬਚ ਜਾਵੇ। ਪਰ ਜੋ ਉਸ ਮੁਲਾਜ਼ਮ ਨਾਲ ਹੋਇਆ ਸਾਨੂੰ ਉਹਦਾ ਵੀ ਬਹੁਤ ਦੁੱਖ ਆ। ਉਹ ਵੀ ਅੱਜ ਕਿਸੇ ਭੈਣ ਦਾ ਭਰਾ ਸੀ, ਕਿਸੇ ਦਾ ਪਿਤਾ ਸੀਗਾ। ਤੁਹਾਨੂੰ ਲੱਗਦਾ ਕਿ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ, ਦੇਖੋ ਸਾਡਾ ਮਕਸਦ ਕੀ ਹੈ, ਅਸੀਂ ਦੇਖਦੇ ਹਾਂ ਕਿ ਜ਼ਮੀਨ ਦੇ ਪਿੱਛੇ ਭਰਾ ਲੜ ਪੈਂਦੇ ਨੇ। ਤੁਹਾਡੇ ਸ਼ਰੀਕੇ 'ਚ ਚਾਚਾ ਜੀ ਨੇ ਤੂੜੀ ਪਿੱਛੇ ਲੜ ਪਏ, ਐਡਾ ਵੱਡਾ ਅਪਰਾਧ ਹੋ ਗਿਆ, ਕ੍ਰਾਈਮ ਹੋ ਗਿਆ। ਨਾ ਤਾਂ ਸ਼ਾਇਦ ਗੁਰਵਿੰਦਰ ਚਾਹੁੰਦਾ ਹੋਣਾ, ਨਾ ਪੁਲਿਸ ਦਾ ਜਗਮੋਹਨ ਚਾਹੁੰਦਾ ਹੋਣਾ, ਪਰ ਛੋਟੀ ਜਿਹੀ ਗੱਲ ਕਿਵੇਂ ਭਾਂਬੜ ਬਣ ਗਈ? ਸਰ ਅਸੀਂ ਇਸੇ ਕਰਕੇ ਰਾਤ ਵਾਰ-ਵਾਰ ਰੋਕ ਰਹੇ ਸੀਗੇ। ਅਸੀਂ ਅੱਗੇ ਵੀ ਕਈ ਵਾਰ ਆਉਂਦੇ ਸੀ, ਉਹਨੂੰ ਸਮਝਾ ਕੇ ਚਲੇ ਜਾਂਦੇ ਸੀਗੇ। ਉਹ ਕਦੇ ਵੀ ਕਿਸੇ ਤੇ ਹੱਥ ਨਹੀਂ ਸੀ ਚੱਕਦਾ, ਮੂਹਰਿਓਂ ਪਿਆਰ ਮੁਹੱਬਤ ਨਾਲ ਵਧੀਆ ਗੱਲ ਸੁਣ ਲੈਂਦਾ ਸੀ। ਅਸੀਂ ਮੁਲਾਜ਼ਮਾਂ ਨੂੰ ਵੀ 1-2 ਵਾਰੀ
ਵਾਲਿਆਂ ਨੂੰ ਬੁਲਾਇਆ ਸੀਗਾ, ਉਹ ਵਧੀਆ ਗੱਲਬਾਤ ਉਹਨਾਂ ਦੀ ਵੀ ਸੁਣ ਲੈਂਦਾ ਸੀ। ਕਦੇ ਆਏ ਉਹਨੇ ਹਥਿਆਰ ਨਹੀਂ ਸੀ ਕੱਢਿਆ ਕਿਸੇ ਤੇ, ਪਰ ਜ਼ਿਆਦਾ ਇੱਥੇ ਮੁਲਾਜ਼ਮ ਹੋਣ ਕਰਕੇ ਜੋ ਵੀ ਹੋਇਆ ਸਭ ਲੱਗਦਾ ਕਿ ਡਰ ਗਿਆ ਹੋਣਾ ਤਾਂ ਗੋਲੀ ਸਰ। ਇਹਦੇ ਬਾਰੇ ਸਾਨੂੰ ਕੁਛ ਨਹੀਂ ਵੀ ਉਹਨੇ ਡਰ ਕੇ ਕੀਤੀ ਜਾਂ ਕਿਸੇ ਨੇ ਪਹਿਲਾਂ ਪਹਿਲ ਕੀਤੀ ਜਾਂ ਉਹਨੇ, ਇਹਦੇ ਬਾਰੇ ਸਾਨੂੰ ਸਰ ਕੁਛ ਨਹੀਂ, ਅਸੀਂ ਘਰੇ ਨਹੀਂ ਸੀਗੇ ਜਦੋਂ, ਸਾਨੂੰ ਨਹੀਂ ਪਤਾ ਇਹਦੇ ਬਾਰੇ ਕੁਛ। ਕਦੇ ਕੋਈ ਜਿਵੇਂ ਸਿਆਣੇ ਸਮਝਾਉਣ ਆਉਂਦੇ ਨੇ, ਕੋਈ ਤਾਇਆ, ਕੋਈ ਮਾਮਾ, ਕੋਈ ਫੁੱਫੜ, ਪਰਿਵਾਰਕ ਮੈਂਬਰ ਕਦੇ ਸਮਝਾਉਣ? ਸਰ ਅਸੀਂ ਕੋਈ ਆਉਂਦੇ ਸੀਗੇ, ਮੇਰੀ ਮਾਸੀ ਦੇ ਬੇਟੇ, ਅਸੀਂ ਸਾਰੇ ਹੀ ਪਰਿਵਾਰ ਮੈਂਬਰ, ਇੱਕ ਭੂਆ ਜੀ ਦੇ, ਸਾਰੇ ਹੀ ਆਉਂਦੇ ਸੀਗੇ, ਪਰ ਸੁਣਦਾ ਵੀ ਸੀ, ਪਰ ਉਹ ਉਸ ਗੱਲ ਤੇ ਨਹੀਂ ਸੀ ਆਉਂਦਾ ਗਾ ਵੀ ਜਾਂ ਤੂੰ ਦਵਾਈ ਬੂਟੀ ਲੈ ਲਾ, ਕੋਈ ਤੇਰੇ ਦਿਮਾਗ ਤੇ ਜੇ ਕੋਈ ਟੈਨਸ਼ਨ ਆ ਤਾਂ, ਪਰ ਉਸ ਪਾਸੇ ਜਾਂਦਾ ਨਹੀਂ ਸੀਗਾ। ਮਾਤਾ ਜੀ ਨਾਲ ਗੱਲ ਹੋਈ ਹੁਣ ਤੁਹਾਡੀ? ਸਾਨੂੰ ਮਾਤਾ ਜੀ ਬਾਰੇ ਕੁਝ ਨਹੀਂ ਦੱਸ ਰਹੇ, ਉਹ ਕਿੱਥੇ ਹੈ ਕਿੱਥੇ ਨਹੀਂ ਹੈ, ਤੇ ਸਿਰਫ ਉਹਦੀ ਕੋਈ ਦੱਸ ਰਹੇ ਆ ਵੀ ਉਹ ਫੜਿਆ ਗਿਆ, ਪਰ ਮਾਤਾ ਬਾਰੇ ਕੋਈ ਵੀ ਮੁਲਾਜ਼ਮ ਸਾਨੂੰ ਹਜੇ ਤੱਕ ਨਹੀਂ ਕਲੀਅਰ ਕਰ ਰਿਹਾ ਵੀ ਉਹ ਹੈਗੀ ਆ ਜਾਂ ਉਹਦੇ ਕੋਈ ਸੱਟ ਫੇਟ ਲੱਗੀ ਆ, ਕਿੱਥੇ ਹੈ ਕਿੱਥੇ ਨਹੀਂ। ਕਿ ਜਿਸ ਤਰ੍ਹਾਂ ਉਹ ਗੱਡੀ ਦੱਸ ਰਿਹਾ ਵਾਣਾ ਵਿੱਚ ਦੀ ਲੈ ਕੇ ਗਿਆ ਵੀ ਉਹਦੇ ਕੋਈ ਸੱਟ ਵਗੈਰਾ ਤਾਂ ਨਹੀਂ ਲੱਗੀ, ਉਹ ਬਹੁਤ ਬਜ਼ੁਰਗ ਨੇ ਵਿਚਾਰੇ। ਤੁਹਾਨੂੰ ਲੱਗਦਾ ਕਿ ਮਾਤਾ ਜੀ ਚਾਹੁੰਦੇ ਹੋਣੇ ਉਹਦੇ ਨਾਲ ਜਾਣਾ ਜਾਂ ਕਿਵੇਂ ਹੋਇਆ ਹੋਣਾ, ਕੁਝ ਪਤਾ ਲੱਗਿਆ? ਕਿਉਂਕਿ ਸਰ ਸਾਨੂੰ ਨਹੀਂ ਪਤਾ, ਮੁਲਾਜ਼ਮ ਹੀ ਕਹਿ ਰਹੇ ਆ ਵੀ ਉਹ ਧੱਕੇ ਨਾਲ ਲੈ ਕੇ ਗਿਆ ਆਪਦੀ ਮਾਂ ਨੂੰ, ਉਹ ਜਾਣਾ ਨਹੀਂ ਸੀ ਚਾਹੁੰਦੀ, ਨੰਗੇ ਪੈਰੀਂ ਗਈ ਆ, ਚੱਪਲਾਂ ਚੁੱਪਲਾਂ ਉਹਦੇ ਪੈਰਾਂ ਵਿੱਚ ਕੁਛ ਨਹੀਂ ਵਿਚਾਰੀ ਦੇ, ਜਿੱਦਾਂ ਬੈਠੀ ਸੀ ਉਵੇਂ ਉਹਨੂੰ ਗੱਡੀ 'ਚ ਖਿੱਚ ਕੇ ਬਾਹ ਕੇ ਲੈ ਗਿਆ। ਸਿਰਫ ਇਹ ਮੁਲਾਜ਼ਮਾਂ ਦੇ ਦੱਸਣ ਦਾ ਸਾਨੂੰ ਨਹੀਂ ਪਤਾ ਵੀ ਇਹ ਸੱਚ ਹੈ ਜਾਂ ਕੀ ਹੈ। ਇਹਨਾਂ ਨੇ ਕੀ ਚਾਹੁੰਦੇ ਹੋ, ਕੀ ਮੰਗ ਕੀ ਤੁਹਾਡੀ? ਸਾਡੀ ਸਰ ਕੋਈ ਮੰਗ ਨਹੀਂ, ਸਾਡੀ ਮਾਂ ਸਾਡੇ ਸਾਹਮਣੇ ਆਉਣੀ ਚਾਹੀਦੀ ਹੈ। ਮਾਂ ਦਾ ਤਾਂ ਸ਼ਾਇਦ ਕੋਈ ਕਸੂਰ ਨਹੀਂ ਹੋਣਾ ਲੱਗਦਾ। ਮਾਂ ਦਾ ਮੇਰੀ ਦਾ ਕੋਈ ਕਸੂਰ ਨਹੀਂ, ਉਹ ਰੱਬ ਦੀਆਂ ਦਿੱਤੀਆਂ ਖਾਣ ਵਾਲੀ, ਉਹ ਤਾਂ ਬੱਜਰ ਰੱਤੀ ਵਿਚਾਰੀ, ਇੱਕ ਰੋਟੀ ਉਹਨੂੰ ਦੇ ਦਿਓ ਤੇ ਖਾ ਲੈਂਦੀ ਹੈ। ਚਲੋ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਗੁਰਵਿੰਦਰ ਦੇ ਸਿਸਟਰ ਨੇ ਜਿਨ੍ਹਾਂ ਨੂੰ ਯਾਦ ਆ ਰਿਹਾ ਹੈ ਕਿ ਕਿਵੇਂ ਗੁਰਵਿੰਦਰ ਹੱਥਾਂ ਦੇ ਵਿੱਚ ਪਲਿਆ, ਛੋਟਾ ਹੈ ਗੁਰਵਿੰਦਰ ਇਹਨਾਂ ਤੋਂ, ਪਰ ਉਦਾਸ ਹੈ, ਅੱਜ ਇਹ ਘਰ ਉਦਾਸ ਹੈ ਕਿਉਂਕਿ ਗੋਲੀਆਂ ਚੱਲ ਗਈਆਂ, ਇੱਕ ਮੁਲਾਜ਼ਮ ਦੀ ਜਾਨ ਚਲੇ ਗਈ, ਗੁਰਵਿੰਦਰ ਆਪ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਤੇ ਤੂੜੀ ਪਿੱਛੇ ਲੜਾਈ ਹੋਈ ਹੈ। ਮਹਿਜ਼ 10-15 ਹਜ਼ਾਰ ਦੀ ਤੂੜੀ ਨੂੰ ਅੱਗ ਲਾਤੀ ਸੀ ਗੁਰਵਿੰਦਰ ਨੇ ਆਪਣੇ ਚਾਚਾ ਜੀ ਦੇ, ਤੇ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ। ਪੁਲਿਸ ਆ ਗਈ ਤਾਂ ਗੁਰਵਿੰਦਰ ਨੇ ਜਦੋਂ ਉਹਨਾਂ ਨੂੰ ਕਿਹਾ ਕਿ ਗੁਰਵਿੰਦਰ ਨੂੰ ਕਿਹਾ ਕਿ ਤੂੰ ਆ ਜਾ, ਤੈਨੂੰ ਅਸੀਂ ਗ੍ਰਿਫਤਾਰ ਕਰਨਾ ਜਾਂ ਹਿਰਾਸਤ 'ਚ ਲੈਣਾ, ਪੁੱਛਗਿੱਛ ਕਰਨੀ ਹੈ, ਤਾਂ ਉਹਨੇ ਇਸ ਤੋਂ ਇਨਕਾਰ ਕਰਤਾ ਤੇ ਸਾਹਮਣੇ ਤੋਂ ਗੋਲੀ ਚਲਾਤੀ। ਪੁਲਿਸ ਵਾਲੇ ਨੇ ਗੋਲੀ ਚਲਾਤੀ। ਇੱਕ ਪੁਲਿਸ ਮੁਲਾਜ਼ਮ ਜਿਹੜਾ ਹੈੱਡ ਕਾਂਸਟੇਬਲ ਜਗਮੋਹਨ ਸਿੰਘ ਦੱਸਿਆ ਜਾ ਰਿਹਾ, ਉਹ ਫੜਨ ਗਿਆ, ਉਹਦੇ ਗੋਲੀ ਵੱਜ ਗਈ, ਉਹਦੀ ਮੌਤ ਹੋ ਗਈ ਤੇ 2 ਹੋਰ ਪੁਲਿਸ ਮੁਲਾਜ਼ਮ ਜਿਹੜੇ ਜ਼ਖਮੀ ਹਾਲੇ ਦੱਸੇ ਜਾ ਰਹੇ ਨੇ। ਤੇ ਉਸ ਤੋਂ ਬਾਅਦ ਦੱਸਿਆ ਹੀ ਜਾ ਰਿਹਾ ਕਿ ਸਵੇਰੇ 4 ਵਜੇ ਦੇ ਕਰੀਬ ਗੁਰਵਿੰਦਰ ਆਪਣੀ ਮਾਂ ਨੂੰ ਨਾਲ ਲੈ ਕੇ ਗੱਡੀ ਭਜਾ ਕੇ ਫਰਾਰ ਹੋ ਗਿਆ। ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾਉਂਦੇ ਹਾਂ। ਸੋ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਕਿਵੇਂ ਖੂਨ ਦੇ ਨਿਸ਼ਾਨ ਨੇ। ਇਹ ਹੇਠਾਂ ਤੁਸੀਂ ਦੇਖ ਸਕਦੇ ਹੋ, ਇਹ ਜਿੱਥੇ ਗੁਰਵਿੰਦਰ ਸੀਗਾ ਉਹ ਪੌੜੀਆਂ ਤੋਂ ਉਤਰਿਆ ਹੋਣਾ ਜਾਂ ਪੁਲਿਸ ਵਾਲੇ ਜਦੋਂ ਚੜ੍ਹੇ ਹੋਣੇ ਉਸ ਵੇਲੇ ਦੇ ਇਹ ਨਿਸ਼ਾਨ ਨੇ ਕਿ ਕਿਵੇਂ ਖੂਨ ਦੇ ਨਾਲ ਪੂਰੀ ਤਰ੍ਹਾਂ ਜਿਹੜੀਆਂ ਪੌੜੀਆਂ ਤੇ ਨਿਸ਼ਾਨ ਦੇਖੇ ਜਾ ਸਕਦੇ ਨੇ। ਇਹ ਸਾਰੀਆਂ ਪੌੜੀਆਂ ਜਿਹੜੀਆਂ ਗੁਰਵਿੰਦਰ ਜਿਸ ਥਾਂ ਤੇ ਮੌਜੂਦ ਸੀਗਾ ਉੱਪਰ, ਉਸ ਥਾਂ ਤੇ ਜਾਂਦੀਆਂ ਨੇ ਤੇ ਇੱਥੇ ਖੂਨ ਡੁੱਲਿਆ, ਚਾਹੇ ਉਹ ਪੁਲਿਸ ਵਾਲਿਆਂ ਦਾ ਹੋਵੇ ਤੇ ਚਾਹੇ ਗੁਰਵਿੰਦਰ ਦਾ ਆਪਣਾ। ਪੈਰਾਂ ਦੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਕਿ ਇਸ ਢੰਗ ਦੇ ਨਾਲ ਇਸ ਥਾਂ ਤੇ ਉਸਨੇ ਇਹ ਗੋਲੀਆਂ ਚਲਾਈਆਂ ਨੇ। ਆ ਵੀ ਤਸਵੀਰ ਜਿਹੜੀ ਹੈ ਤੁਹਾਨੂੰ ਦਿਖਾ ਰਿਹਾ ਕਿ ਇਸ ਥਾਂ ਤੇ ਸ਼ਾਇਦ ਗੁਰਵਿੰਦਰ ਸੀਗਾ ਤੇ ਇਸ ਪਾਸਿਓਂ ਪੁਲਿਸ ਦੇ ਵੱਲੋਂ ਉਸ ਨੂੰ ਫੜਨ ਦੀ ਵੀ ਕੋਸ਼ਿਸ਼ ਕੀਤੀ ਗਈ, ਤਾਂ ਇਸ ਪਾਸਿਓਂ ਵੀ ਪੁਲਿਸ ਨੇ ਲੰਘਣ ਦੀ ਕੋਸ਼ਿਸ਼ ਕੀਤੀ ਕਿਉਂਕਿ ਇਸ ਥਾਂ ਤੇ ਵੀ ਇਸ ਪਾਸਿਓਂ ਵੀ ਨਿਸ਼ਾਨ ਨੇ, ਗੋਲੀਆਂ ਦੇ ਵੀ ਨਿਸ਼ਾਨ ਨੇ ਇਸ ਪਾਸਿਓਂ ਤੇ ਪੁਲਿਸ ਦੇ ਵੀ ਨਿਸ਼ਾਨ ਨੇ। ਤੇ ਇਹ ਅੰਦਰ ਦਾ ਕਮਰਾ ਹੈ ਜਿੱਥੇ ਕਿਹਾ ਜਾ ਰਿਹਾ ਕਿ ਗੁਰਵਿੰਦਰ ਰਹਿੰਦਾ ਸੀਗਾ। ਆਪ ਕਿਸੇ ਨੂੰ ਮਿਲਦਾ ਨਹੀਂ ਸੀਗਾ, ਸਿਰਫ ਇਕੱਲਾ ਹੀ ਰਹਿੰਦਾ ਸੀਗਾ। ਇਹ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਗੁਰਵਿੰਦਰ ਇੱਥੇ ਰਹਿ ਰਿਹਾ ਸੀਗਾ। ਇਹ ਤਸਵੀਰਾਂ ਨੇ, ਹਾਲਤ ਕੋਈ ਬਹੁਤੀ ਚੰਗੀ ਨਜ਼ਰ ਨਹੀਂ ਆ ਰਹੀ ਹੈਗੀ। ਇਸ ਥਾਂ ਤੇ ਵੀ ਖੂਨ ਜਿਹੜਾ ਹੈ ਕਈ ਥਾਵਾਂ ਤੇ ਡੁੱਲਿਆ ਹੋਇਆ ਹੈ। ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਵੇਂ ਸਾਰਾ ਸਮਾਨ ਖਿੰਡਿਆ ਹੋਇਆ ਤੇ ਇਸ ਥਾਂ ਤੇ ਵੀ ਖੂਨ ਦੇ ਨਿਸ਼ਾਨ ਨੇ। ਆ ਹੇਠਾਂ ਤੁਸੀਂ ਫਰਸ਼ ਤੇ ਖੂਨ ਦੇ ਨਿਸ਼ਾਨ ਦੇਖ ਸਕਦੇ ਹੋ ਤੇ ਇਸ ਪਾਸੇ ਵੀ ਖੂਨ ਜਿਹੜਾ ਉਹ ਨਿਕਲਿਆ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਇਹ ਕਾਫੀ ਹਾਲਤ ਭੈਣ ਜੀ ਮਾੜੀ ਇੱਥੇ ਨਜ਼ਰ ਆ ਰਹੀ ਹੈ। ਕੋਈ ਸਮਾਨ ਖਿਲਰਿਆ ਪਿਆ, ਕੋਈ ਕਿਵੇਂ ਹੈਗਾ ਹੈ? ਰਹਿੰਦਾ ਸੀ ਸਰ, ਇਸ ਹਾਲਤ 'ਚ ਹੀ ਰਹਿੰਦਾ ਸੀ? ਹਾਂਜੀ 3 ਸਾਲ ਤੋਂ ਇਸੇ ਹਾਲਤ ਵਿੱਚ ਰਹਿੰਦਾ ਸੀਗਾ ਜੀ। 15-16 ਕਿੱਲਿਆਂ ਦਾ ਮਾਲਕ ਹੋਵੇ ਤੇ ਇਸ ਹਾਲਤ 'ਚ ਰਵੇ? ਬਸ ਜੀ ਕਹਿੰਦੇ ਹੁੰਦੇ ਜਦੋਂ ਕੋਈ ਜਾੜਨ ਤੇ ਆ ਜਾਵੇ ਤਾਂ ਫਿਰ ਇਦਾਂ ਹੀ ਉੱਜੜ ਜਾਈਦਾ ਜੀ। ਇਹਨਾਂ ਨੂੰ ਤਾਂ ਜੇ ਮੰਨੀ ਜਾਓ ਤਾਂ ਬਸ ਸਭ ਕੁਛ ਹੈ, ਜਦੋਂ ਛੱਡ ਦੋ ਤਾਂ ਫਿਰ ਇਹਨੇ ਛੱਡਤਾ ਸੀਗਾ ਜੀ। ਇਹਨੂੰ ਇਹ ਬਹੁਤ ਸੇਵਾ ਕਰਦਾ ਸੀ, ਝਾੜੂ ਪੋਚੇ ਦੀ ਬਹੁਤ ਮੰਨਦਾ ਸੀਗਾ ਵੀਰਾਂ ਨੂੰ, ਪਰ ਇਹਨੂੰ ਇਹ ਨਹੀਂ ਸੀ ਪਤਾ ਵੀ ਇੱਕ ਦਿਨ ਮੇਰੇ ਨਾਲ ਕੁਛ ਹੋਊਗਾ। ਸਭ ਹੋਇਆ ਵੀ ਹੈ ਤਾਂ
ਜਗ੍ਹਾ ਢਾਉਣ ਕਰਕੇ ਇਹਦੇ ਨਾਲ ਹੋਇਆ ਵਿਆਹ, ਪਰ ਇਹ ਮੰਨਦਾ ਨਹੀਂ ਸੀ ਕਿਤੇ ਜਾਣ ਲਈ ਜੀ। ਤੁਹਾਨੂੰ ਲੱਗਦਾ ਕਿ ਆਜੋ ਇੱਧਰ, ਜੇ ਇਹ ਹੋਇਆ ਤਾਂ ਤੁਹਾਨੂੰ ਲੱਗਦਾ ਕਿ ਪੀਰਾਂ ਦੀ ਜੋ ਜਗ੍ਹਾ ਢਾਈ ਆ ਗੁਰਵਿੰਦਰ ਨੇ ਉਹਦੇ ਕਰਕੇ ਹੋਇਆ? ਹਾਂਜੀ, ਅਸੀਂ ਤਾਂ ਉਹਨੂੰ ਕੋਈ ਸਜ਼ਾ ਮਿਲੀ ਹੈ? ਇਹ ਸਜ਼ਾ ਹੀ ਅੱਜ ਜੀ। ਇਹ ਤਾਂ ਚਾਹੇ ਤੁਸੀਂ ਕਿਤੋਂ ਵੀ ਪੁੱਛ ਲਓ, ਇਹ ਤਾਂ ਕਹਿੰਦੇ ਹੁੰਦੇ ਆ ਫਿਰ ਬਰਬਾਦ ਕਰਦੇ, ਤੇ ਅੱਜ ਇਹਨੇ ਸਾਨੂੰ ਬਰਬਾਦ ਕਰਤਾ ਪੀਰ ਨੇ, ਚਾਹੇ ਕਿਸੇ ਚ ਵਰ ਕੇ ਕਰ ਲਿਆ ਜੀ, ਕਰਤਾ ਬਸ ਜੀ। ਤੁਹਾਨੂੰ ਤੁਸੀਂ ਕਦੇ ਉੱਪਰ ਆਏ ਨਹੀਂ ਇਸ ਥਾਂ ਤੇ? ਨਹੀਂ ਸਰ, ਅਸੀਂ ਨਹੀਂ ਆਏ। ਇਹ ਤਾਂ ਚਵਾਰਾ ਰਾਤੀ ਉਹਨਾਂ ਨੇ ਜਿੰਦਾ, ਪਤਾ ਨਹੀਂ ਮੁਲਾਜ਼ਮਾਂ ਨੇ ਬਾਅਦ ਚ ਭੰਨਿਆ ਕਿਉਂ ਨਹੀਂ, ਇਹ ਜਿੰਦਾ ਤਾਂ ਬਲੌਕ ਲੱਗਿਆ ਹੋਇਆ ਸੀਗਾ ਜੀ। ਇੱਥੇ ਨਹੀਂ ਸੀ ਰਹਿੰਦਾ ਹੈਗਾ? ਇੱਥੇ ਨਹੀਂ ਸੀ ਉਹ, ਸਿਰਫ ਇੱਥੇ ਤੇ ਇੱਥੇ ਹੀ ਰਹਿੰਦਾ ਸੀ ਬਰਾਂਡੇ 'ਚ। ਇਸ ਥਾਂ ਤੇ ਰਹਿੰਦਾ ਸੀ? ਇਹ ਤਾਂ ਲੋਕ ਲੱਗਿਆ ਹੋਇਆ ਸੀ, ਇਹ ਤਾਂ ਜਾਨੀ ਕਿ ਪਹਿਲਾਂ ਤੋਂ ਹੀ ਕਮਰਾ ਬੰਦ ਕੀਤਾ ਹੋਇਆ ਸੀ। ਬਿਸਤਰ ਵੀ ਬਹੁਤਾ ਨਜ਼ਰ ਨਹੀਂ ਆ ਰਿਹਾ ਜਿੱਥੇ ਪੈਂਦਾ? ਏਦਾਂ ਹੀ ਆਈ ਪੈਂਦਾ, ਪੁੰਜੇ ਪੈਂਦਾ, ਕਿੱਥੇ ਪੈਂਦਾ ਕੁਝ ਪਤਾ ਹੀ ਨਹੀਂ ਸੀ ਸਰ। ਅਸੀਂ ਤਾਂ ਕਦੀ ਵੀ ਉਹ ਕਿੱਥੇ ਪੈਂਦਾ ਕਿੱਥੇ ਨਹੀਂ ਪੈਂਦਾ ਸੀ। ਚਾਹ ਦੇ ਭਾਂਡੇ ਅਸੀਂ ਦੇਖ ਰਹੇ ਹਾਂ ਹੀਟਰ ਰੱਖਿਆ ਹੋਇਆ। ਬਸ ਜੀ ਉਹ ਇੱਥੇ ਹੀ ਸਭ ਕੁਝ ਬਣਾਉਂਦਾ ਕਰਦਾ ਸੀ, ਆਪੇ ਰੋਟੀ ਪਕਾਉਂਦਾ ਸੀ, ਆਪੇ ਸਭ ਕੁਝ ਕਰਦਾ ਸੀ ਸਰ। ਸੋ ਇਹ ਦਰਵਾਜ਼ਾ ਵੀ ਰਾਤ ਖੋਲਿਆ ਗਿਆ ਸੀਗਾ ਜਾਂ ਸਿਰਫ ਇਸ ਥਾਂ ਤੋਂ ਦਰਵਾਜ਼ਾ ਕਿਹਾ ਜਾ ਰਿਹਾ ਕਿ ਖੋਲਿਆ ਹੋਇਆ ਸੀਗਾ? ਤੇ ਇਸ ਥਾਂ ਤੋਂ ਵੀ ਫਾਇਰਿੰਗ ਸ਼ਾਇਦ ਹੋਈ ਹੋਣੀ ਆ। ਆਹ ਜਿਹੜੇ ਖੂਨ ਦੇ ਨਿਸ਼ਾਨ, ਚਾਰੇ ਪਾਸੇ ਖੂਨ ਜਿਹੜਾ ਇੱਥੇ ਲਗਾਤਾਰ ਹੈ, ਵੇਟ ਵੀ ਪਏ ਨੇ, ਸ਼ਾਇਦ ਐਕਸਰਸਾਈਜ਼ ਵੀ ਕਰਦਾ ਹੋਵੇ ਕਿਸੇ ਵੇਲੇ ਗੁਰਵਿੰਦਰ। ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਸ ਥਾਂ ਤੋਂ ਰਾਤ ਗੋਲੀਆਂ ਚੱਲੀਆਂ ਨੇ ਉਸ ਥਾਂ ਦੀਆਂ ਇਹ ਤਸਵੀਰਾਂ ਨੇ। ਕੈਮਰਾਮੈਨ ਗਗਨ ਤੁਹਾਡੇ ਤੱਕ ਪਹੁੰਚਾ ਰਹੇ ਨੇ, ਕਿਉਂਕਿ ਛੋਟੀ ਜਿਹੀ ਗੱਲ ਨੇ ਐਡਾ ਵੱਡਾ ਰੂਪ ਲੈ ਲਿਆ। ਇਸ ਥਾਂ ਤੋਂ ਉਹ ਸਾਹਮਣੇ ਵਾਲੇ ਪਾਸੇ ਆਲੇ ਦੁਆਲੇ ਜਿਹੜੀ ਪੁਲਿਸ ਦੇ ਵੱਲੋਂ ਘੇਰਾ ਪਾਇਆ ਹੋਇਆ ਸੀਗਾ, ਤੇ ਗੁਰਵਿੰਦਰ ਜਿਸ ਥਾਂ ਤੇ ਅਸੀਂ ਇਸ ਵੇਲੇ ਮੌਜੂਦ ਹਾਂ, ਗੁਰਵਿੰਦਰ ਇਸ ਥਾਂ ਤੇ ਮੌਜੂਦ ਸੀਗਾ, ਤੇ ਦੋਨਾਂ ਪਾਸਿਆਂ ਤੋਂ ਗੋਲੀਆਂ, ਕਿਹਾ ਜਾ ਰਿਹਾ ਕਿ 100 ਦੇ ਕਰੀਬ ਫਾਇਰ ਜਿਹੜੇ ਇੱਥੇ ਹੋਏ ਨੇ। ਤੇ ਬਾਅਦ ਵਿੱਚ ਪੁਲਿਸ ਮੁਲਾਜ਼ਮ ਜਿਹੜਾ ਜਗਮੋਹਨ ਸਿੰਘ ਹੈ ਉਹਦੀ ਵੀ ਮੌਤ ਹੋ ਗਈ। ਗੁਰਵਿੰਦਰ ਦੀ ਗੋਲੀ ਦੇ ਲੱਗਣ ਦੇ ਨਾਲ ਉਹਦੀ ਮੌਤ ਹੋਈ ਹੈ। ਗੁਰਵਿੰਦਰ ਦੀ ਵੀ 3 ਤੋਂ 4 ਗੋਲੀਆਂ ਲੱਗੀਆਂ ਨੇ। ਤੇ ਕਿਹਾ ਜਾ ਰਿਹਾ ਕਿ ਆਪਣੇ ਪਿਤਾ ਜੀ ਦੀ ਜੋ ਦੁਨਾਲੀ ਬੰਦੂਕ ਸੀ, ਲਾਇਸੈਂਸੀ ਬੰਦੂਕ, ਉਹਦੇ ਨਾਲ ਗੋਲੀਆਂ ਚਲਾਈਆਂ ਨੇ ਗੁਰਵਿੰਦਰ ਨੇ। ਸੋ ਇਹ ਘਰ ਹੈ ਗੁਰਵਿੰਦਰ ਦਾ ਜਿਸ ਥਾਂ ਤੇ ਗੋਲੀਆਂ ਚੱਲੀਆਂ, ਅਤੇ ਇਸ ਥਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਪਰ ਬੇਹੱਦ ਮਾੜੀ ਹਾਲਤ ਦੇ ਵਿੱਚ ਗੁਰਵਿੰਦਰ ਰਹਿੰਦਾ ਸੀਗਾ, ਜਿਵੇਂ ਅਸੀਂ ਦੱਸ ਰਹੇ ਹਾਂ, ਜਿਵੇਂ ਪਰਿਵਾਰ ਦੱਸ ਰਿਹਾ ਹੈ ਜੀ ਕਿ 15-16 ਕਿੱਲੇ ਜਿਹੜੇ ਨੇ ਉਹ ਆਉਂਦੇ ਨੇ, ਪੈਲੀ ਵੀ ਹੈਗੀ ਹੈ। ਤਾਂ ਜੇ ਸਮਝਦਾਰ ਹੁੰਦਾ ਸ਼ਾਇਦ ਚੰਗੀ ਰੋਟੀ ਖਾ ਸਕਦਾ, ਕਿਉਂਕਿ ਉਸ ਤੋਂ ਬਿਨਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਗਰੀਬ ਵੀ ਹੋਣ ਦੇ ਬਾਵਜੂਦ ਵੀ ਜਿਹੜੇ ਉਹ ਚੰਗੀ ਜ਼ਿੰਦਗੀ ਬਸਰ ਕਰਦੇ ਨੇ। ਪਰ ਗੁਰਵਿੰਦਰ ਦੇ ਵੱਲੋਂ ਜੋ ਕੀਤਾ ਗਿਆ, ਚਾਹੇ ਉਹ ਪੁਲਿਸ ਨੂੰ ਲੈ ਕੇ ਹੋਵੇ ਤੇ ਚਾਹੇ ਖੁਦ ਆਪਣੇ ਵੱਲੋਂ ਜੋ ਉਹਨੇ ਫਾਇਰਿੰਗ ਕੀਤੀ, ਉੱਤੇ ਤੋਂ ਵੀ ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਹੋਈ ਹੈ। ਇੱਥੇ ਵੀ ਇੱਟਾਂ ਰੋੜੇ ਜਿਹੜੇ ਨੇ ਉਹ ਖਿਲਰੇ ਹੋਏ ਨੇ। ਸੋ ਪੁਲਿਸ ਨੇ ਘੇਰਾ ਪਾਇਆ ਹੋਇਆ ਸੀਗਾ ਤੇ ਉਹਦੇ ਵੱਲੋਂ ਗੋਲੀਆਂ ਜਿਹੜੀਆਂ ਨੇ ਉਹ ਚਲਾਈਆਂ ਗਈਆਂ ਨੇ। ਸੋ ਇਹ ਤਸਵੀਰਾਂ ਤੇ ਇਸੇ ਥਾਂ ਤੋਂ ਗੁਰਵਿੰਦਰ ਸ਼ਾਇਦ ਆਪਣੀ ਸਫਾਰੀ ਦੇ ਨਾਲ ਚਲੇ ਗਿਆ ਸੀਗਾ। ਤੁਸੀਂ ਕੁਝ ਦੱਸ ਸਕਦੇ ਹੋ ਕਿੰਨਾ ਕੁ ਹੋਰ ਗੱਲਬਾਤ ਪਤਾ ਲੱਗੀ ਹੈ ਤੁਹਾਨੂੰ? ਤੁਹਾਡਾ ਕੀ ਨਾਮ ਹੈ ਜੀ? ਕੁਲਦੀਪ ਸਿੰਘ ਹੈ ਜੀ। ਅੱਛਾ, ਤੁਸੀਂ ਕੀ ਰਿਸ਼ਤੇ 'ਚ ਲੱਗਦੇ ਹੋ ਉਹਨਾਂ ਦੇ? ਮਾਸੀ ਦਾ ਮੁੰਡਾ ਜੀ ਮੈਂ ਇਹਨਾਂ ਦੇ। ਤੁਸੀਂ ਬ੍ਰਦਰ ਹੋ ਉਹਨਾਂ ਦੇ? ਤੁਹਾਨੂੰ ਕਦੋਂ ਪਤਾ ਲੱਗੀ ਗੱਲਬਾਤ? ਸਾਨੂੰ ਤਾਂ ਸਵੇਰ ਲੱਗਿਆ ਜੀ 5 ਵਜੇ ਪਤਾ। ਸਵੇਰ ਆਏ ਜੀ ਤਾਂ 5 ਵਜੇ। ਅੱਛਾ, ਉਦੋਂ ਕੀ ਦੱਸਿਆ ਫਿਰ ਤੁਹਾਨੂੰ? ਸਾਨੂੰ ਤਾਂ ਦੱਸਿਆ ਹੀ ਵੀ ਐਂ ਕਰਕੇ ਘਰੋਂ ਫਰਾਰ ਹੋ ਗਿਆ ਉਹ, ਇੰਨੀ ਗੱਲ ਹੋਈ ਆ ਬਸ। ਇੰਨੇ 'ਚ ਹੀ ਫੋਨ ਕੱਟਤਾ ਤੇ ਬਸ ਉਹਦੀ ਅਸੀਂ ਚੱਲ ਪਏ ਉੱਥੋਂ। ਤੁਹਾਨੂੰ ਲੱਗਦਾ ਕਿ ਬਹੁਤ ਖੂਨ ਦੇ ਨਿਸ਼ਾਨ ਨੇ ਇੱਥੇ? ਕਿਹਦਾ ਖੂਨ ਹੈ ਇੰਨਾ? ਇਹ ਕਹਿ ਨਹੀਂ ਸਕਦੇ ਹੁਣ, ਸਾਨੂੰ ਤਾਂ ਹੁਣ ਪਤਾ ਨਹੀਂ ਵੀ ਕੀ ਹੋਇਆ ਕੀ ਨਹੀਂ ਰਾਤ ਨੂੰ। ਅੱਛਾ ਜੀ। ਅਸੀਂ ਤਾਂ ਸਾਨੂੰ ਤਾਂ ਸਵੇਰ ਆ ਕੇ ਦੇਖਿਆ ਇੱਥੇ ਹੁਣ ਵੀ ਆਹ ਹਾਲਤ ਹੋਈ ਹੈ। ਤਾਂ ਕਿਉਂਕਿ ਆ ਸਾਹਮਣੇ ਟਰੈਕਟਰ ਖੜਾ, ਫੋਰਡ ਟਰੈਕਟਰ ਹੈ, ਤੇ ਇਹਦੇ ਤੇ ਵੀ ਖੂਨ ਦੇ ਨਿਸ਼ਾਨ ਨੇ, ਟਾਇਰਾਂ ਦੇ ਨਿਸ਼ਾਨ ਲੱਗੇ ਹੋਏ ਨੇ। ਹਾਂਜੀ, ਇਹਦਾ ਵੀ ਸਾਨੂੰ ਪਤਾ ਹੀ ਨਹੀਂ ਜੀ ਇੱਧਰ ਕੀ ਹੋਇਆ ਕੀ ਨਹੀਂ ਵਾਪਰਿਆ। ਤੜਕੇ 5 ਵਜੇ 7 ਵਜੇ ਆਏ ਇੱਥੇ ਜੀ। 5 ਵਜੇ ਤੋਂ ਗੇਟ ਜਿਹੜਾ ਛੋਟਾ ਗੇਟ ਆ ਉਹ ਵੀ ਤੋੜਿਆ ਗਿਆ, ਉਹਦੇ ਨਾਲ ਇੱਟਾਂ ਪਈਆਂ। ਉਹ ਪੁਲਿਸ ਮੁਲਾਜ਼ਮਾਂ ਨੇ ਤੋੜਿਆ ਜੀ ਉਹ। ਅੱਛਾ, ਅੰਦਰ ਆਉਣ ਲਈ? ਅੰਦਰ ਲਾਉਣ ਲਈ। ਇਹ ਵੀ ਗੇਟ ਤੋੜਿਆ ਜਿਹੜਾ ਮੁਲਾਜ਼ਮਾਂ ਨੇ ਤੋੜਿਆ ਜੀ। ਇਹ ਵੀ ਪੁਲਿਸ ਮੁਲਾਜ਼ਮਾਂ ਨੇ ਆ ਵੀ ਗੇਟ ਉਹ ਲੋਕ ਲਾ ਕੇ ਗਿਆ ਹੋਇਆ, ਜਿਸ ਤਰ੍ਹਾਂ ਪਤਾ ਲੱਗ ਰਿਹਾ ਵੀ ਲੋਕ ਲੱਗਿਆ ਹੋਇਆ ਵਾ, ਪਰ ਬਾਅਦ ਚ ਮਗਰੋਂ ਮੁਲਾਜ਼ਮਾਂ ਨੇ ਭੰਨਿਆ ਵਾ ਗੇਟ। ਜ਼ਿਆਦਾਤਰ ਫਿਰ ਸਾਡੇ ਆਉਣ ਤੋਂ ਪਹਿਲਾਂ ਸਾਰੀ ਤਲਾਸ਼ੀ ਵਗੈਰਾ ਇੱਥੇ ਹੋ ਚੁੱਕੀ, ਸਾਨੂੰ ਕੁਝ ਨਹੀਂ ਪਤਾ। ਅੰਦਰ ਸੀਗਾ ਜਾਂ ਫਿਰ ਬਾਹਰ ਤੋਂ ਹੀ ਸੀਗਾ? ਸਾਰੋਂ ਪਹਿਲਾਂ ਅੰਦਰ ਸੀ, ਦੱਸ ਰਹੇ ਆ ਵੀ ਉੱਪਰਲੀ ਮੰਜ਼ਲ 'ਚ ਸੀ, ਫਿਰ ਇੱਥੇ ਸੀਗਾ, ਤੇ ਫਿਰ ਉਹ ਜਾਣ ਲੱਗੇ ਨੇ ਆਦਾ ਸਾਰਾ ਕੁਝ ਬੰਦ ਕੀਤਾ ਦਰਵਾਜ਼ੇ ਪਰ। ਜਦੋਂ ਅਸੀਂ ਘਰੇ ਪਹੁੰਚੇ ਤਾਂ ਸਭ ਕੁਝ ਖੁੱਲਾ ਪਿਆ ਸੀ, ਬਾਰੀਆਂ ਬੂਰੀਆਂ ਦੇ ਲੋਕ। ਕਿਉਂਕਿ ਉਹ ਸਾਹਮਣੇ ਵਾਲਾ ਗੇਟ ਹੈ ਜਿਹੜਾ ਉਹ ਵੀ ਲੋਕ ਲੱਗਿਆ ਹੋਇਆ, ਪਰ ਵੈਸੇ ਖੁੱਲਾ। ਪੁਲਿਸ ਮੁਲਾਜ਼ਮਾਂ ਨੇ ਭੰਨਿਆ ਜੀ। ਇਹ ਵੀ ਲੋਕ ਲੱਗਿਆ ਹੋਇਆ, ਇਹ ਵੀ ਤੋੜਿਆ? ਹਾਂਜੀ, ਇਹ ਵੀ ਉਹਨਾਂ ਨੇ ਤੋੜਿਆ। ਉਹ ਗੇਟ ਸਾਹਮਣੇ ਵੀ ਜਿਹੜਾ ਉਹ ਪੁਲਿਸ ਵਾਲਿਆਂ ਨੇ ਢਾਇਆ ਜੀ, ਕਹਿੰਦੇ ਅੰਦਰ ਆਏ ਪੁਲਿਸ ਮੁਲਾਜ਼ਮ, ਤਾਂ ਹੀ ਤਾਂ ਉਹ ਇੱਥੇ ਆ ਕੇ ਚੜੇ ਆ।
ਤੇ ਫੇਰ ਹੀ ਸਭ ਕੁਝ ਹੋਇਆ ਜੀ। ਉਹ ਅੰਦਰ ਆ ਚੁੱਕੇ ਸੀ ਪੁਲਿਸ ਮੁਲਾਜ਼ਮ, ਤਾਂ ਇਹ ਸਭ ਕੁਝ ਹੋਇਆ। ਸਾਡੇ ਤਾਂ ਬਸ ਸਮਝਣ ਤੋਂ ਇਹੀ ਆ ਵੀ ਜਦ ਲੋਕ ਲੱਗੇ ਹੋਏ ਆ ਤਾਂ ਵੀ ਜਦ ਉਹ ਤਾਂ ਲਾ ਕੇ ਗਿਆ ਲੋਕ, ਤੇ ਸਾਡੇ ਆਉਂਦੇ ਨੂੰ ਬਾਰੀਆਂ ਤੱਕ ਸਾਰੇ ਲੋਕ ਟੁੱਟੇ ਹੋਏ ਆ, ਤੇ ਸਾਨੂੰ ਸਮਝ ਨਹੀਂ ਆ ਰਹੀ। ਬਲਦੇਵ ਸਿੰਘ ਹੋਰੀ ਜਿਹੜੇ ਚਾਚਾ ਜੀ ਨੇ, ਪਹਿਲਾਂ ਵੀ ਲੜਾਈ ਹੁੰਦੀ ਰਹੀ ਤੁਹਾਡੀ ਉਹਨਾਂ ਨਾਲ? ਨਹੀਂ ਸਰ, ਅਸੀਂ ਤਾਂ ਉਹ ਆਪਦੇ ਘਰੇ, ਅਸੀਂ ਆਪਦੇ ਘਰੇ ਬਸ ਹੋਏ ਤਾਂ ਹੋਣੀ, ਜਿਹੜਾ ਕੁਝ ਹੋ ਗਿਆ ਤੇ ਹੋਣੀ ਹੋਇਆ। ਕੋਈ ਸਾਡਾ ਇਹਦੇ ਨਾਲ ਕੋਈ ਝਗੜਾ ਨਹੀਂ, ਕੋਈ ਝੇੜਾ ਨਹੀਂ ਗਾ ਸਾਡਾ। ਪੰਚਾਇਤ ਨੇ ਨਹੀਂ ਕੋਸ਼ਿਸ਼ ਕਰੀ ਕਦੇ ਰਾਜੀਨਾਮਾ ਕਰਾਉਣ? ਨਾ ਸਰ, ਅਸੀਂ ਕਦੇ ਗੱਲ ਕੀਤੀ ਨਹੀਂ, ਕਿਉਂਕਿ ਸਾਡਾ ਘਰ ਦਾ ਮਾਮਲਾ ਸੀ। ਅਸੀਂ ਕਦੇ ਵੀ ਕਿਸੇ ਭੈਣ ਭਰਾ ਨੂੰ ਇਹਦੇ ਵਿੱਚ ਪੈਣ ਨਹੀਂ ਦਿੱਤਾ ਵੀ ਇਹ ਕਿਸੇ ਨੂੰ ਕੁਝ ਕਵੇ। ਲੜਾਈ ਕੀ ਸੀਗੀ? ਬਸ ਸਰ ਉਹੀ ਤੁਹਾਨੂੰ ਦੱਸ ਰਹੇ ਆ ਨਾ ਵਾਰ-ਵਾਰ ਵੀ ਇੱਕ ਹੀ ਅਪਸੈਟ ਚੱਲ ਰਿਹਾ ਸੀਗਾ, ਮੈਟਲ ਤੌਰ ਤੇ ਅਪਸੈਟ ਹੋਇਆ ਪਿਆ ਸੀਗਾ, ਬਸ ਉਹਦੇ ਚ ਇਹਨੂੰ ਪਤਾ ਨਹੀਂ ਲੱਗ ਰਿਹਾ ਸੀ। ਜਿਹੜੀ ਸਮਾਧ ਦੀ ਗੱਲ ਕਰਦੇ ਹੋ ਪੀਰਾਂ ਵਾਲੀ ਜਗ੍ਹਾ, ਉਹ ਸਾਹਮਣੇ ਜਿਹੜੀ ਹਰੇ ਰੰਗ ਦੀ ਸਾਹਮਣੇ ਹੈ ਜੀ? ਹਾਂਜੀ, ਜਿਹੜੀ ਆ ਸਾਹਮਣੇ ਹਰੇ ਰੰਗ ਦੀ ਨਜ਼ਰ ਆ ਰਹੀ ਹੈ। ਹਾਂਜੀ ਇਹ ਹੈ ਜੀ। ਇਹ ਜਿਹੜਾ ਹੁਣ ਕੋਠਾ ਪਾਇਆ ਹੋਇਆ, ਪਹਿਲਾਂ ਛੋਟੀ ਸੀਗੀ ਜਗ੍ਹਾ? ਪਹਿਲਾਂ ਸਰ ਬਹੁਤ ਵਧੀਆ ਸ਼ੈੱਡ ਪਾਇਆ ਹੋਇਆ ਸੀ ਫਾਈਬਰ ਦਾ, ਬਹੁਤ ਵਧੀਆ ਜਗ੍ਹਾ ਸੀ ਦਿਸਦੀ। ਹੁਣ ਤਾਂ ਇੱਕ ਸਿਰਫ ਤੂੜੀ ਵਾਲਾ ਕੋਠਾ ਬਣ ਕੇ ਰਹਿ ਗਿਆ ਵਾ। ਆਲੇ ਦੁਆਲੇ ਜਗ੍ਹਾ ਵੀ ਥੋੜੀ ਦਿੱਤੀ ਹੋਈ, ਛੱਡੀ ਹੋਈ ਹੈ ਇਹਦੇ ਲਈ? ਇਹਦੇ ਲਈ ਜਗ੍ਹਾ ਹਾਂਜੀ ਸਰ, ਅਸੀਂ ਆਪਦੀ ਜ਼ਮੀਨ ਚੋਂ ਛੱਡੀ, ਜੋ ਖੁਸ਼ੀ ਨਾਲ ਮੈਂ ਛੱਡੀ ਸੀਗੀ। ਅਸੀਂ ਇਹਦੀ ਬਿਲਕੁਲ ਛੋਟੀ ਜਗ੍ਹਾ ਸੀ। ਅਸੀਂ ਕਿੰਨੇ ਚਿਰ ਦਾ ਤੁਸੀਂ ਸੁਣਦੇ ਹੁੰਦੇ, ਮਹਾਨਤਾ ਕੀ ਸੀਗੀ ਇਸ ਥਾਂ ਦੀ? ਇਹ ਤਾਂ ਸਰ ਕੋਈ ਸਾਡੇ ਤਾਂ ਜਨਮਾਂ ਤੋਂ ਸਦੀਆਂ ਤੋਂ ਪਹਿਲਾਂ ਦੀ ਗੱਲ ਹੀ ਹੈ ਵੀ ਇੱਥੇ ਮੰਨਤਾ ਹੁੰਦੀ ਸੀਗੀ। ਸਾਡੇ ਦਾਦਾ ਜੀ ਨੇ ਜ਼ਮੀਨ ਖਰੀਦੀ ਤੇ ਅਸੀਂ ਮੰਨਤਾ ਕਰਨ ਲੱਗ ਗਏ, ਸਾਨੂੰ ਜ਼ਮੀਨ 'ਚ ਆ ਗਿਆ। ਪਰ ਅਸੀਂ ਜਦ ਵੀ ਇਹਨੂੰ ਮੰਨਦੇ ਸੀ, ਜੋ ਆਉਂਦੇ ਬਹੁਤ ਸੌਖੇ ਸੀਗੇ। ਉਹ ਵੀ ਇਹਦੀ ਬਹੁਤ ਸੇਵਾ ਕਰਦਾ ਸੀ, ਬਹੁਤ ਸੌਖਾ ਸੀ, ਜੋ ਮੰਗਦਾ ਸੀ ਉਹੀ ਮਿਲਦਾ ਸੀ। ਪਰ ਪਤਾ ਨਹੀਂ ਉਹਦੇ ਕੀ ਦਿਮਾਗ ਤੇ ਪੜਦਾ ਪਿਆ ਕਿ ਉਹਨੇ ਢਾਹ ਕੇ ਸਭ ਕੁਝ ਕਿਉਂ ਇਦਾਂ ਕੀਤਾ। ਤੁਹਾਨੂੰ ਕਿਉਂ ਲੱਗਦਾ ਵੀ ਇਹੀ ਜਗ੍ਹਾ ਢਾਉਣ ਕਰਕੇ ਹੋਇਆ ਸਾਰਾ ਕੁਝ? ਸਰ ਅਸੀਂ ਮੰਨਦੇ ਹਾਂ ਵੀ ਉਹਨੂੰ ਇਹਦੀ ਧੱਕ ਵੱਜੀ, ਕਿਉਂਕਿ ਅਸੀਂ ਜਿੱਥੇ ਵੀ ਜਾਂਦੇ ਇਲਾਜ ਕਰਾਉਣ ਤਾਂ ਸਾਨੂੰ ਇਹੀ ਨਿਕਲਦਾ। ਸਾਨੂੰ ਕਦੇ ਵੀ ਕਿਸੇ ਗੁਰੂ ਪੀਰ ਨੇ ਜਿਹਦੇ ਵੀ ਅਸੀਂ ਜਾ ਕੇ ਨੱਕ ਗੋਡੇ ਰਗੜੇ, ਉਹਨੇ ਕਦੇ ਸਾਨੂੰ ਇਹ ਨਹੀਂ ਕਿਹਾ ਵੀ ਜਾਂ ਇਹਨੂੰ ਕੋਈ ਹੋਰ ਗੱਲਬਾਤ ਆ, ਜਾਂ ਇਹਨੂੰ ਕੋਈ ਟੈਨਸ਼ਨ ਆ, ਜਾਂ ਕੋਈ ਨਸ਼ਾ ਵਗੈਰਾ, ਕੁਛ ਨਹੀਂ। ਕਿੱਦਾਂ ਕਿਸੇ ਬਾਬੇ ਨੇ ਕਿਹਾ, ਸਿਰਫ ਇਹੀ ਕਹਿੰਦੇ ਸੀ ਕਿ ਇਹਨੂੰ ਤੁਹਾਡੇ ਪੀਰਾਂ ਦੀ ਧੱਕ ਵੱਜੀ ਹੋਈ ਆ, ਬਾਬਾ ਇਹ ਤੋਂ ਗੱਦੀ ਲਊਗਾ। ਪਰ ਇਹ ਗੱਦੀ ਲਾਉਣੀ ਨਹੀਂ ਚਾਹੁੰਦਾ ਗਾ, ਵੀ ਇਹ ਗੱਦੀ ਦੀ ਮਾਫੀ ਮੰਗਦਾ। ਪਰ ਬਾਬਾ ਇਹ ਤੋਂ ਗੱਦੀ ਲਊ, ਇਹ ਸੇਵਾ ਬਹੁਤ ਕਰਦਾ ਸੀ, ਬਹੁਤ ਇਹਦਾ ਬਾਬਾ ਜੀ ਨਾਲ ਪਿਆਰ ਸੀਗਾ। ਵੀ ਜੇ ਮੰਨੂਗਾ ਤਾਂ ਠੀਕ ਰਹੂਗਾ, ਨਹੀਂ ਤਾਂ ਪੀਰ ਤਾਂ ਫਿਰ ਇਦਾਂ ਹੀ ਉਜਾੜ ਦਿੰਦੇ। ਤੇ ਅਸੀਂ ਪੁਲਿਸ ਵਾਲਿਆਂ ਨੂੰ ਕੋਈ ਮਿਲਿਆ ਨਿਸ਼ਾਨੀ, ਕੋਈ ਨਸ਼ਾ ਜਾਂ ਕੁਝ ਹੋਰ ਚੀਜ਼? ਨਹੀਂ ਸਰ, ਸਾਨੂੰ ਉਹਨਾਂ ਨੇ ਕੁਝ ਨਹੀਂ, ਉਹ ਕਹਿੰਦੇ ਕੋਈ ਜੋ ਪ੍ਰੂਫ ਤਾਂ ਉਹਨਾਂ ਨੇ ਸਾਡੇ ਉਦੋਂ ਪਹਿਲਾਂ ਉਹਨਾਂ ਨੂੰ ਜੇ ਕੁਝ ਮਿਲਿਆ ਤਾਂ ਉਹਨਾਂ ਨੇ ਸਾਨੂੰ ਕੁਝ ਦੱਸਿਆ ਨਹੀਂ। ਕੀ ਉਹਨਾਂ ਨੇ ਲੋਕ ਤੋੜਦੇ ਆ, ਕੀ ਕੱਢਿਆ ਕੀ ਨਹੀਂ ਕੱਢਿਆ, ਸਾਨੂੰ ਨਹੀਂ ਪਤਾ ਕੀ ਲੈ ਕੇ ਗਏ। ਸਾਡੇ ਆਉਂਦੇ ਨੂੰ ਤਾਂ ਸਾਰੇ ਲੋਕ ਵਗੈਰਾ, ਕਿਉਂਕਿ ਉਹਦੇ ਕੋਲੇ ਪੈਸਾ ਧੇਲਾ ਸਭ ਕੁਝ ਹੁੰਦਾ ਸੀਗਾ। ਇਹ ਨਹੀਂ ਸੀ ਵੀ ਉਹਦੇ ਕੋਲ ਕੁਝ ਨਹੀਂ ਸੀ, ਉਹ ਵੀ ਜ਼ਮੀਨ ਜਾਇਦਾਦ ਦਾ ਮਾਲਕ ਸੀਗਾ। ਪਰ ਹੁਣ ਸਾਨੂੰ ਇਸ ਵਕਤ ਸਿਰਫ ਉਹਦੇ ਕੱਪੜਿਆਂ ਤੋਂ ਸਿਵਾਏ ਕੁਝ ਨਹੀਂ ਮਿਲ ਰਿਹਾ। ਕੱਪੜੇ ਵੀ ਕੋਈ ਚੰਗੀ ਹਾਲਤ ਵਾਲੇ ਨਹੀਂ ਦਿਖ ਰਹੇ ਹੈਗੇ? ਹਾਂਜੀ, ਕੱਪੜੇ ਨਵੇਂ ਵੀ ਪਏ ਆ, ਕੁਝ ਪੁਰਾਣੇ ਵੀ ਪਏ ਆ, ਪਾਟੇ ਪੁਰਾਣੇ। ਪਰ ਉਹ ਪਾਉਂਦਾ ਤਾਂ ਜਿੱਦਾਂ ਦੇ ਸੀ ਪਾਈ ਜਾਂਦਾ ਸੀ। ਪਰ ਜਿਹੜੀ ਮੇਨ ਗੱਲ ਆ ਤਾਂ ਸਾਨੂੰ ਵੀ ਇੱਥੋਂ ਕੋਈ ਵੀ ਇਦਾਂ ਦੀ ਚੀਜ਼ ਨਹੀਂ ਆ ਕੇ ਮਿਲੀ ਵੀ ਕੋਈ ਪੈਸਾ ਧੇਲਾ ਜਾਂ ਕੋਈ ਉਹਦੀ ਬੈਂਕ ਦੀ ਕਾਪੀ ਵਗੈਰਾ। ਸਾਰੇ ਉਹਦੇ ਬੈਂਕਾਂ 'ਚ ਖਾਤੇ ਵਗੈਰਾ ਖੁਲਾਏ ਹੋਏ ਸੀ। ਇਹ ਨਹੀਂ ਕੋਈ ਗੱਲ ਪਹਿਲਾਂ ਤੋਂ ਬਣੇ ਹੋਏ, ਅੱਜ ਦੀ ਨਹੀਂ ਗੱਲ। ਇਹ ਪਹਿਲਾਂ ਦੀ ਆ, 10 ਸਾਲ ਦੀ 12 ਦੀ ਪਹਿਲਾਂ ਤੋਂ ਉਹਦੇ ਖਾਤੇ ਚੱਲਦੇ। ਲਾਣੇਦਾਰ ਉਹੀ ਸੀਗਾ ਪਹਿਲਾਂ? ਹਾਂਜੀ, ਸਾਰੀ ਘਰ ਦੀ ਜ਼ਿੰਮੇਵਾਰੀ ਉਹਦੀ ਚੱਕੀ ਹੋਈ ਸੀ। ਹੁਣ ਤਾਂ ਮੈਰਿਜ ਕਰਾਉਣ ਦੇ ਵਧੀਆ ਲਾਇਕ ਸੀਗਾ ਉਹ, ਜਦੋਂ ਉਹਦੇ ਨਾਲ ਚਾਂਸ ਹੋ ਗਿਆ ਜੀ। ਪਰ ਸਾਨੂੰ ਹੁਣ ਇਹ ਸਮਝ ਨਹੀਂ ਆ ਰਹੀ ਵੀ ਅਸੀਂ ਕਿਸ ਦੇ ਨਾਲ, ਵੀ ਕਿਸ ਨੇ ਤੋੜੇ ਲੋਕ, ਕਿਉਂਕਿ ਉਹਦਾ ਲੋਕ ਸਾਨੂੰ ਦਿਸ ਰਿਹਾ, ਤੁਹਾਨੂੰ ਵੀ ਦਿਸ ਰਿਹਾ ਵੀ ਉਹ ਲੋਕ ਲਾ ਕੇ ਥੱਲੇ ਉਤਰ ਕੇ ਗਿਆ ਵਾ। ਅਸੀਂ ਤਾਂ ਲੋਕ ਬਾਹਰ ਖੁੱਲੇ ਆਏ ਨਹੀਂ ਛੱਡ ਕੇ। ਪੁਲਿਸ ਕਹਿ ਰਹੀ ਹੈ ਕਿ ਮਾਤਾ ਜੀ ਨੂੰ ਢਾਲ ਬਣਾ ਕੇ ਇੱਥੋਂ ਫਰਾਰ ਹੋ ਗਿਆ। ਪੁਲਿਸ ਦੀ ਆਲੇ ਦੁਆਲੇ ਘੇਰਾ ਪਿਆ ਹੋਵੇ, ਫਰਾਰ ਕਿਵੇਂ ਹੋ ਗਿਆ? ਇਹ ਵੀ ਕਈ ਸਵਾਲ ਪੈਦਾ ਹੁੰਦੇ ਨੇ। ਉਹ ਵੀ ਇਹ ਕਹਿੰਦੇ ਆ ਵੀ ਉਹ ਗੱਡੀ ਕੱਢ ਕੇ, ਗੱਡੀ ਵੀ ਪੁਲਿਸ ਵਾਲਿਆਂ ਨੇ ਭੰਨੀ ਤੋੜੀ ਸੀ, ਸ਼ੀਸ਼ੇ ਵਗੈਰਾ ਟੁੱਟੇ ਹੋਏ ਆ। ਸਾਨੂੰ ਨਹੀਂ ਪਤਾ ਉਹ ਉਸ ਗੇਟ ਲੱਗਿਆ ਗੱਡੀ ਕੱਢ ਕੇ, ਵੀ ਕਹਿੰਦੇ ਵਾਣਾ ਵਿੱਚ ਦੀ ਇਧਰਲੀ ਸਾਈਡ ਲੈ ਕੇ ਚਲਿਆ ਗਿਆ, ਉਸ ਲਈ ਵਾਲੀ ਗੇਟ ਤਾਂ ਇੱਕੋ ਹੀ ਹੈ ਜਾਣਦਾਰ। ਹਾਂਜੀ, ਉਹ ਇਧਰਲੇ ਗੇਟ ਕੱਢ ਕੇ ਇੱਥੋਂ ਗੱਡੀ ਉਹਨੇ ਮੋੜੀ ਆ ਸ਼ਾਇਦ, ਪਤਾ ਨਹੀਂ। ਕਹਿ ਰਿਹਾ ਵੀ ਉਹ ਵਾਣਾ ਵਿੱਚ ਦੀ ਇਧਰਲੀ ਸਾਈਡ ਲੈ ਕੇ ਗਿਆ, ਇੱਧਰ ਨੂੰ ਨਹੀਂ ਗਿਆ, ਉਹ ਉਧਰ ਸਲੀਨੀ ਵਾਲੀ ਸਾਈਡ ਨੂੰ ਗਿਆ ਗੱਡੀ ਲੈ ਕੇ। ਹਾਂਜੀ, ਚਲੋ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਗੁਰਵਿੰਦਰ ਸਿੰਘ ਦੇ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿ ਕਿਸ ਢੰਗ ਦੇ ਨਾਲ ਇਸ ਥਾਂ ਤੇ ਅਟੈਕ ਹੋਇਆ, ਇਸ ਥਾਂ ਤੇ ਪੁਲਿਸ ਤੇ ਵੀ ਹਮਲਾ ਹੋਇਆ। ਪੁਲਿਸ ਦੇ ਇੱਕ ਜਵਾਨ ਹੈੱਡ ਕਾਂਸਟੇਬਲ ਜਗਮੋਹਨ ਸਿੰਘ ਦੀ ਵੀ ਮੌਤ ਹੋਈ ਹੈ ਤੇ ਹੁਣ ਗੁਰਵਿੰਦਰ ਸਿੰਘ ਜਿਹੜਾ ਉਹ ਵੀ ਫਰੀਦਕੋਟ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਆ, ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਪਰ ਇਹਦੇ ਪਿੱਛੇ ਕੀ ਕਾਰਨ ਨੇ, ਇਹ ਜਾਂਚ ਦਾ ਵਿਸ਼ਾ ਹੈ। ਕਿਸ ਨੇ ਪਹਿਲਾਂ ਗੋਲੀ ਚਲਾਈ? ਗੁਰਵਿੰਦਰ ਨੇ। ਬਹੁਤ ਸਾਰੇ ਕਹਿੰਦੇ ਗੋਲੀਆਂ, ਜੋ ਆਈਜੀ ਸਾਹਿਬ ਇੱਥੇ ਪਹੁੰਚੇ, ਡਾਕਟਰ ਕੌਸਤੁਭ ਸ਼ਰਮਾ ਫਰੀਦਕੋਟ ਰੇਂਜ ਦੇ ਆਈਜੀ, ਉਹਨਾਂ ਨੇ ਵੀ ਕਿਹਾ ਕਿ ਸੈਂਕੜੇ ਗੋਲੀਆਂ ਜਿਹੜੀਆਂ ਨੇ ਚਲਾਈਆਂ। ਤਾਂ ਇੰਨਾ ਐਮੂਨੀਸ਼ਨ ਜਿਹੜਾ, ਇੰਨੇ ਗੋਲੀ ਸਿੱਕਾ ਕਿਵੇਂ ਗੁਰਵਿੰਦਰ ਕੋਲ ਪਹੁੰਚਿਆ? ਕੀ ਉਹਦੀ ਪਹਿਲਾਂ ਤੋਂ ਹੀ ਤਿਆਰੀ ਸੀਗੀ? ਕਿ ਸਿਰਫ ਤੂੜੀ, ਮੈਜ਼ ਚੰਦ ਪੈਸਿਆਂ ਦੀ ਤੂੜੀ ਜਿਹੜੀ 15-20 ਹਜ਼ਾਰ ਦੀ, ਉਹਦੇ ਪਿੱਛੇ ਇੱਕ ਹੈੱਡ ਕਾਂਸਟੇਬਲ ਦੀ ਜਾਨ ਚਲੇਗੀ, ਜਾਂ ਗੁਰਵਿੰਦਰ ਦੇ 4-5 ਗੋਲੀਆਂ ਲੱਗੀਆਂ, ਜਾਂ ਇੱਕ ਹੱਸਦਾ ਵੱਸਦਾ ਪਰਿਵਾਰ ਜਿਹੜਾ ਉੱਜੜ ਗਿਆ, ਜਾਂ ਇਸ ਦੇ ਪਿੱਛੇ ਪਹਿਲਾਂ ਤੋਂ ਹੀ ਗੁਰਵਿੰਦਰ ਕਿਵੇਂ ਮੈਂਟਲੀ ਤੌਰ ਤੇ ਅਪਸੈਟ ਹੋ ਗਿਆ? ਇਲਾਜ ਕਿਉਂ ਨਹੀਂ ਕਰਵਾਇਆ ਜਾ ਸਕਿਆ ਪਰਿਵਾਰਿਕ ਮੈਂਬਰਾਂ ਵੱਲੋਂ? ਚੰਗਾ ਪਰਿਵਾਰ ਹੈ, ਖੇਤਾਂ 'ਚ ਘਰ ਪਾਇਆ ਹੋਇਆ ਚੰਗਾ ਘਰ ਹੈ, 15-16 ਕਿੱਲੇ ਜ਼ਮੀਨ ਵੀ ਆਉਂਦੀ ਹੈ, ਤੇ ਪਰ ਸਵਾਲ ਬਹੁਤ ਨੇ, ਸਵਾਲ ਜਵਾਬ ਮੰਗਦੇ ਨੇ। ਸੋ ਸੋਚਣਾ ਹੋਏਗਾ ਕਿ ਇਸ ਤਰ੍ਹਾਂ ਦੀ ਘਟਨਾਵਾਂ ਕਿਉਂ ਵਾਪਰ ਜਾਂਦੀਆਂ ਨੇ। ਫਿਲਹਾਲ ਕੈਮਰਾਮੈਨ ਗਗਨ ਦੇ ਨਾਲ ਰਣਬੀਰ ਸਿੰਘ ਰਾਣਾ। ਸਤਿ ਸ਼੍ਰੀ ਅਕਾਲ।
ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ